ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦ੍ਰਿਗ ਉਘਾਰ ਕਰ ਅਨੁਜ ਬਿਲੋਕਿਓ। ਮਹਿਮਾ ਮਹਾ ਜਾਨ ਸੁਖ ਪਾਏ। ਨਿਸਬਾ ਸੁਰ ਕੀ ਮਹਾ ਸਮਾਧੀ। ਸੋ ਪ੍ਰਭ ਜਾਨੀ ਇਕ ਰਸ ਪਾਏ। ਏਕ ਆਤਮਾ ਪੂਰਨ ਨਭ ਸਮ। ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾਏ। ਨਮਸਕਾਰ ਕਰ ਉਠਤ ਪਾਇਓ ਤਬ। ਕਹਾਂ ਪਾਇਓ ਇਹ ਚਿਤ ਬਿਸਮਾਏ। ਦ੍ਰਿਗ ਉਘਾਰ ਕਰ ਅਨੁਜ ਬਿਲੋਕਿਓ। ਮਹਿਮਾ ਮਹਾ ਜਾਨ ਸੁਖ ਪਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਵਾਹਿਗੁਰੂ ਗੁਰਬਾਣੀ ਦਾ ਪਾਠ ਸਰਵਣ ਕਰ ਰਹੇ ਸੀਗੇ। ਸੁਹੀ ਮਹੱਲਾ ਪੰਜਵਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਕੁਝ ਸਮਾਂ ਲੜੀਵਾਰ ਕਥਾ ਸੁਣਨੀ ਹੈ। ਆਹ ਮਾਈਕ ਪਰਾਂ ਕਰਿਓ, ਮਾਈਕ ਪਰਾਂ ਕਰ। ਲੜੀਵਾਰ ਕਥਾ ਕੁਝ ਸਮਾਂ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਆਓ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਜੀ ਬਾਬਾ ਮਹਾਦੇਵ ਜੀ ਹਜੂਰ ਮਹਾਰਾਜ ਜੀ ਦੇ ਕੋਲ ਆਏ ਹੈ। ਗੋਇੰਦਵਾਲ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਬੈਠੇ ਹਨ। ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਮੇਰੇ ਵੱਡੇ ਭਰਾ ਤਾਂ ਇਕੱਲੇ ਬੈਠੇ ਆ। ਵਾਹਿਗੁਰੂ ਮੇਰੇ ਛੋਟੇ ਭਰਾ ਤਾਂ ਗੁਰੂ ਅਰਜਨ ਸਾਹਿਬ ਇਕੱਲੇ ਬੈਠੇ ਆ। ਆਏ ਆ, ਹੱਥ ਜੋੜ ਕੇ ਬੇਨਤੀ ਕੀਤੀ ਹੈ, ਹੇ ਸੱਚੇ ਪਾਤਸ਼ਾਹ ਮੇਰੀਆਂ ਭੁੱਲਾਂ ਦੀ ਮੈਨੂੰ ਮਾफ़ੀ ਕਰ ਦਿਓ। ਕਿਉਂ? ਮੈਂ ਅੱਜ ਤੱਕ ਤੁਹਾਨੂੰ ਭਰਾ ਸਮਝਦਾ ਰਿਹਾ। ਕਹਿਣ ਲੱਗੇ ਮੈਂ ਭਰਾ ਸਮਝ ਕੇ ਤੇ ਵਿਹਾਰ ਕਰਦਾ ਰਿਹਾ। ਇਹ ਮੇਰੀਆਂ ਭੁੱਲਾਂ ਦੀ ਮੈਨੂੰ ਮਾफ़ੀ ਬਖਸ਼ਿਸ਼ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਗੁਰੂ ਰਾਮਦਾਸ ਜੀ ਦੇ ਪੁੱਤਰ ਹੋ, ਸਾਡੇ ਲਈ ਤੇ ਸਦਾ ਹੀ ਸਤਿਕਾਰਯੋਗ ਹੋ। ਕਹਿਣ ਲੱਗੇ ਬਾਬਾ ਮਹਾਦੇਵ ਜੀ ਨੇ ਕਿਹਾ ਮਹਾਰਾਜ ਮੈਨੂੰ ਵੀ ਉਪਦੇਸ਼ ਬਖਸ਼ਿਸ਼ ਕਰੋ। ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਵੀ ਇਹ ਹੁਣ ਉੱਤਮ ਅਧਿਕਾਰੀ ਨੇ, ਇਹਨਾਂ ਨੂੰ ਥੋੜ੍ਹਾ ਵੀ ਗਿਆਨ ਦਿੱਤਾ ਤੇ ਇਹਨਾਂ ਨੇ ਬਹੁਤਾ ਸਮਝਣਾ ਹੈ ਜੀ। ਜਦੋਂ ਬੰਦਾ ਉੱਤਮ ਅਧਿਕਾਰੀ ਬਣ ਜਾਂਦਾ, ਚੇਤਾ ਰੱਖਿਓ ਜਿੰਨਾ ਚਿਰ ਤੱਕ ਅੰਦਰ ਸ਼ੌਂਕ ਨਹੀਂ ਪੈਦਾ ਹੁੰਦਾ
ਬੰਦਾ ਕਥਾ ਕੀਰਤਨ ਦਾ ਅਧਿਕਾਰੀ ਨਹੀਂ ਨਾ ਬਣਦਾ, ਲੰਮੀ ਕਥਾ ਵੀ ਬੰਦੇ ਦਾ ਕੁਝ ਸਵਾਰਦੀ ਨਹੀਂ ਜੀ। ਜਦੋਂ ਅਧਿਕਾਰੀ ਬਣ ਜਾਂਦਾ ਨਾ ਜੀ, ਇੱਕ ਹੀ ਗੱਲ ਬੰਦੇ ਦਾ ਜੀਵਨ ਸਵਾਰ ਦਿੰਦੀ ਹੈ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਿਆ, ਉਹ ਤੁਸਾਂ ਨੇ ਸਰਵਣ ਕੀਤਾ ਸੀ ਕੱਲ। ਸ਼ਲੋਕ ਮਹੱਲਾ ਪਹਿਲਾ, ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਰਿਆ, ਜਿਨ ਜਲਿਆ ਨਾਮ ਵਿਸਾਰਿਆ, ਪੌਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਬੰਧੈ ਤਾਲ। ਇਹਦੇ ਅਰਥ ਵੀ ਕੱਲ ਤੁਸੀਂ ਸੁਣੇ ਜੀ। ਤਲਾਬ ਦੇ ਉੱਤੇ ਕਿਵੇਂ ਪਹਿਲਾਂ ਕਾਈ ਜੰਮਦੀ ਹੈ, ਕਾਈ ਜੰਮਣ ਤੋਂ ਬਾਅਦ ਘਾਸ ਫੂਸ ਜੰਮ ਜਾਂਦਾ ਹੈ, ਤੇ ਵਿਚਲਾ ਜਿਹੜਾ ਪਾਣੀ ਹੈ ਨਾ ਉਹ ਦੂਰ ਹੋ ਜਾਂਦਾ ਹੈ ਜੀ। ਵਿਚਲੇ ਪਾਣੀ ਤੱਕ ਪਹੁੰਚਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਮਹਾਰਾਜ ਕਹਿਣ ਲੱਗੇ ਬਾਬਾ ਜੀ ਇਸੇ ਤਰ੍ਹਾਂ ਆਤਮਾ ਦੇ ਉੱਤੇ ਸਭ ਤੋਂ ਪਹਿਲਾਂ ਹੰਤਾ ਚੰਬੜ ਗਈ ਹੈ ਜੀ, ਹੰਕਾਰ ਚੰਬੜਿਆ, ਉਹਦੇ ਤੋਂ ਉੱਤੇ ਮਮਤਾ ਚਿੰਬੜ ਗਈ ਹੈ ਜੀ। ਇਹ ਮੇਰਾ, ਇਹ ਮੇਰਾ, ਹੰਤਾ ਤੇ ਮਮਤਾ ਦੇ ਨਾਲ ਆਤਮਾ ਢੱਕੀ ਗਈ ਕਹਿਣ ਲੱਗੇ। ਹੁਣ ਉਹ ਆਤਮਾ ਤਾਂ ਸਾਫ਼ ਹੋਏਗੀ ਜੇ ਸ਼ਬਦ ਦੀ ਕਮਾਈ ਕੀਤੀ ਜਾਏਗੀ, ਨਾਮ ਜਪਿਆ ਜਾਏਗਾ। ਬੜੇ ਕੀਮਤੀ ਬਚਨ ਮਹਾਰਾਜ ਨੇ ਕਹੇ, ਕੱਲ ਸੰਗਤ ਜੀ ਤੁਸੀਂ ਸੁਣੇ। ਬਾਬਾ ਮਹਾਦੇਵ ਜੀ ਮਹਾਰਾਜ ਜੀ ਦੀ ਹਾਜ਼ਰੀ 'ਚ ਬੈਠੇ ਆ, ਗੁਰੂ ਸਾਹਿਬ ਨੇ ਦ੍ਰਿਸ਼ਟੀ ਪਾਈ, ਬਾਬਾ ਮਹਾਦੇਵ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਬਾਬਾ ਜੀ ਦੀ ਸਮਾਧੀ ਲੱਗ ਗਈ ਜੀ। 6-7 ਘੰਟੇ ਬਾਬਾ ਜੀ ਨੇ ਅੱਖਾਂ ਨਹੀਂ ਖੋਲੀਆਂ ਜੀ, 6-7 ਘੰਟੇ ਅੱਖਾਂ ਨਹੀਂ ਖੋਲੀਆਂ, ਅੰਦਰ ਸੁਰਤ ਜੁੜ ਗਈ ਜੀ। ਚੇਤਾ ਰੱਖਿਓ, ਇਹ ਹੁੰਦਾ ਕਨੈਕਸ਼ਨ ਦੇਣਾ ਜੀ, ਆਤਮਾ ਨੂੰ ਕਨੈਕਸ਼ਨ ਦੇਣਾ ਨਾਮ ਦਾ। ਇਹ ਉਹੋ ਹੀ ਦੇ ਸਕਦਾ ਜਿਹਦੇ ਕੋਲ ਹੈ ਜੀ, ਜਿਹਦੇ ਕੋਲ ਹੈ। ਆ ਸਭ ਕੁਝ ਤਾਂ ਜਗ ਰਿਹਾ, ਬਿਜਲੀ ਬੋਰਡ ਨਾਲ ਜੁੜੇ ਹੋਏ ਨੇ ਜੀ। ਜੇ ਨਾ ਜੁੜੇ ਹੋਣ ਤੇ ਕੁਛ ਜਗ ਨਹੀਂ ਸਕਦਾ ਜੀ। ਇਹਨਾਂ ਦੀ ਤਾਰ ਦੇ ਵਿੱਚ ਹੀ ਇੱਕ ਤਾਰ ਪਾ ਦਿਓ, ਉਹ ਵਸਤੂ ਵੀ ਜਗ ਜੇਗੀ ਜੀ। ਇਸੇ ਤਰ੍ਹਾਂ ਜਗਿਆਂ ਹੋਇਆਂ ਦੀ ਸੰਗਤ ਕਰਕੇ ਦੂਜਾ ਬੰਦਾ ਵੀ ਜਗ ਜਾਂਦਾ ਹੈ ਜੀ। ਮਹਾਰਾਜ ਨੇ ਕਨੈਕਸ਼ਨ ਜੋੜ ਦਿੱਤਾ ਜੀ। ਚੇਤਾ ਰੱਖਿਓ, ਬੱਤੀਆਂ ਵੀ ਲੱਗੀਆਂ ਹੋਣ, ਬਲਬ ਲੱਗੇ ਹੋਣ, ਪੱਖੇ ਲੱਗੇ ਹੋਣ, ਏਸੀ ਲੱਗੇ ਹੋਣ, ਮਾਈਕ ਲੱਗੇ ਹੋਣ, ਪਿੱਛੋਂ ਕਨੈਕਸ਼ਨ ਨਾ ਹੋਵੇ ਗੱਲ ਨਹੀਂ ਬਣਦੀ ਜੀ। ਇੱਕੋ ਹੀ ਬੰਦਾ ਆਉਂਦਾ ਜਿਹਨੂੰ ਸੋਝੀ ਹੈ, ਉਹਨੇ ਪਿੱਛੋਂ ਕਨੈਕਸ਼ਨ ਜੋੜ ਦੇਣਾ, ਸਭ ਕੁਝ ਜਗ ਜਾਂਦਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਇਸੇ ਹੀ ਤਰ੍ਹਾਂ ਹੈ, ਗੁਰੂ ਸਾਹਿਬ ਜੀ ਨੇ ਬਾਬਾ ਜੀ ਦੀ ਆਤਮਾ ਦਾ ਪਰਮਾਤਮਾ ਦੇ ਨਾਲ ਕਨੈਕਸ਼ਨ ਜੋੜ ਦਿੱਤਾ ਜੀ। 6-7 ਘੰਟੇ ਬਾਬਾ ਜੀ ਨੇ ਅੱਖਾਂ ਬੰਦ ਕੀਤੀਆਂ ਰੱਖੀਆਂ ਤੇ ਬਾਬਾ ਜੀ ਨੂੰ ਪਤਾ ਹੀ ਨਹੀਂ ਵੀ ਇੰਨਾ ਸਮਾਂ ਲੰਘ ਗਿਆ ਜੀ। ਫਿਰ ਕੀ ਸੀਗਾ ਜੀ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪ ਗੋਡੇ ਤੋਂ ਫੜ ਕੇ ਹਿਲਾਇਆ ਜੀ। ਜਦੋਂ ਮਹਾਰਾਜ ਨੇ ਆਪ ਹਿਲਾਇਆ ਤੇ ਫਿਰ ਤੁਸੀਂ ਸੁਣਿਆ ਸੰਗਤ ਜੀ, ਬਾਬਾ ਮਹਾਦੇਵ ਜੀ ਹੈਰਾਨ ਹੋ ਗਏ ਜੀ, ਵੀ ਇੰਨਾ ਲੰਮਾ ਸਮਾਂ ਹੋ ਗਿਆ, ਇੰਨਾ ਲੰਮਾ ਸਮਾਂ ਹੋ ਗਿਆ ਸਮਾਧੀ ਲੱਗੇ ਨੂੰ। ਤੇ ਬਾਬਾ ਜੀ ਬਹੁਤ ਆਨੰਦ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇੱਕ ਹੋਰ ਕਾਰਜ ਕੀਤਾ। ਇੱਕ ਤੁਸੀਂ ਵੀ ਜੁੜ ਕੇ ਸਮਾਧੀ ਲੱਗਣੀ। ਮਹਾਰਾਜ ਕਹਿੰਦੇ ਬਾਬਾ ਮਹਾਦੇਵ ਜੀ, ਅੱਜ ਤੋਂ ਅੱਖਾਂ ਖੋਲੋਗੇ, ਤੁਹਾਨੂੰ ਸਭ ਪਾਸੇ ਰੱਬ ਹੀ ਵਿਖੇਗਾ। ਖੁੱਲੀਆਂ ਅੱਖਾਂ ਨਾਲ ਵੀ ਤੁਹਾਡੀ ਸਮਾਧੀ ਲੱਗ ਜਾਏਗੀ ਜੀ। ਬੰਦ ਅੱਖਾਂ ਦੀ ਸਮਾਧੀ ਤੇ ਖੁੱਲੀਆਂ ਅੱਖਾਂ ਨਾਲ ਸਮਾਧੀ ਜੀ। ਬਾਬਾ ਜੀ ਦੀ ਇਹ ਅਵਸਥਾ ਬਣ ਗਈ। ਹੁਣ ਬਾਬਾ ਜੀ ਦੇ ਸਰੀਰ ਤਿਆਗਣ ਦਾ ਪ੍ਰਸੰਗ ਹੈ। ਉਹ ਸੰਗਤ ਜੀ ਆਪਾਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਰਵਣ ਕਰਨਾ ਹੈ। ਗੁਰੂ ਸਾਹਿਬ ਮਹਾਰਾਜ ਜਿੱਦਾਂ ਹੀ ਚਾਹੁਣ ਗੱਲ ਬਣਾ ਸਕਦੇ ਆ ਜੀ। ਇੱਕ ਮਿਹਰ ਦੀ ਦ੍ਰਿਸ਼ਟੀ ਕਰਨੀ ਹੈ, ਮਿਹਰ ਦੀ ਦ੍ਰਿਸ਼ਟੀ ਦੀ ਸਾਰੀ ਖੇਡ ਹੈਗੀ ਹੈ ਜੀ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰੀਏ।
ਸਭ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਦ੍ਰਿਗ ਉਘਾਰ ਕਰ ਅਨੁਜ ਬੇਲੋਕਿਓ। ਬਾਬਾ ਜੀ ਬਾਬਾ ਮਹਾਦੇਵ ਜੀ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ ਜੀ, ਅੱਖਾਂ ਖੋਲੀਆਂ ਤੇ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਜੀ, ਦਰਸ਼ਨ ਕੀਤੇ ਬਾਬਾ ਜੀ ਨੇ ਗੁਰੂ ਸਾਹਿਬ ਦੇ। ਹਾਂਜੀ, ਮਹਿਮਾ ਮਹਾ ਜਾਨ ਸੁਖ ਪਾਏ। ਆਪਣੇ ਭਰਾ ਦੀ ਵੱਡੀ ਮਹਿਮਾ ਜਾਣੀ ਵੀ ਅੱਜ ਤੱਕ ਜਿਹੜੀ ਮੇਰੀ ਗੱਲ ਨਹੀਂ ਸੀ ਬਣੀ, ਇਹਨਾਂ ਨੇ ਵੇਖ ਕੇ ਹੀ ਗੱਲ ਬਣਾ ਦਿੱਤੀ ਮੇਰੀ ਜੀ। ਬੜੀ ਮਹਿਮਾ ਜਾਣ ਕੇ ਆਤਮਾ ਨੂੰ ਸੁਖ ਪ੍ਰਾਪਤ ਹੋਇਆ ਜੀ ਉਹਨਾਂ ਦੀ। ਹਾਂਜੀ, ਨਿਸ ਬਾਸੁਰ ਕੀ ਮਹਾ ਸਮਾਧੀ। ਅੱਜ ਤੋਂ ਬਾਬਾ ਜੀ ਦੀ ਦਿਨ ਰਾਤ ਦੀ ਇੱਕ ਰਾਸੀ ਸਮਾਧੀ ਲੱਗ ਗਈ ਜੀ, ਇੱਕ ਰਸ ਸਮਾਧੀ ਜੀ। ਹਾਂਜੀ, ਸੋ ਸਭ ਜਾਨੀ ਇੱਕ ਰਸ ਪਾਏ। ਬਾਬਾ ਜੀ ਨੇ ਜਾਣ ਲਿਆ ਵੀ ਹੁਣ ਇੱਕ ਰਾਸੀ ਮੇਰੀ ਅਵਸਥਾ ਰਹਿਣੀ, ਕਿਉਂ ਗੁਰੂ ਜੀ ਨੇ ਮਿਹਰ ਕਰ ਦਿੱਤੀ ਜੀ। ਭਾਵੇਂ ਤੁਰੇ ਫਿਰਨ ਕੰਮ ਵੀ ਕਰਨ, ਸਮਾਧੀ ਲੱਗੀ ਰਹੇਗੀ ਜੀ। ਇਹ ਸਮਾਧੀ ਤੋਂ ਵੀ ਉੱਪਰ ਦੀ ਅਵਸਥਾ 'ਚ। ਹਾਂਜੀ, ਏਕ ਆਤਮਾ ਪੂਰਨ ਨਭ ਸਮ। ਹੁਣ ਬਸ ਜਿਵੇਂ ਸਾਰੀਆਂ ਥਾਵਾਂ ਤੇ ਅਸਮਾਨ ਵਿਖਦਾ ਜੀ, ਭਾਵੇਂ ਕੈਨੇਡਾ ਚਲੇ ਜਾਓ ਜਾਂ ਅਮਰੀਕਾ ਚਲੇ ਜਾਓ, ਅਸਮਾਨ ਤੁਹਾਨੂੰ ਵਿਖੇਗਾ ਹੀ ਵਿਖੇਗਾ ਜੀ। ਇਸੇ ਤਰ੍ਹਾਂ ਬਾਬਾ ਜੀ ਦੀ ਅਵਸਥਾ ਬਣ ਗਈ ਵੀ ਇੱਕ ਰੱਬ ਸਭ ਥਾਵਾਂ ਤੇ ਵਿਖਣਾ, ਸਾਰਿਆਂ ਵਿੱਚ ਵਿਖਣਾ ਜੀ ਉਹਨਾਂ ਨੂੰ। ਹਾਂਜੀ, ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾਏ। ਅੰਦਰ ਵੀ ਰੱਬ ਵਿਖਣ ਲੱਗ ਪਿਆ ਤੇ ਬਾਹਰ ਵੀ ਰੱਬ ਵਿਖਣ ਲੱਗ ਪਿਆ ਜੀ। ਅਵਸਥਾ ਬਣ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ, ਇਹ ਅਵਸਥਾ ਸੌਖੀ ਨਹੀਂ, ਤੇ ਅੱਗੇ ਸ਼੍ਰੋਮਣੀ ਅਵਸਥਾ ਤੇ ਸ਼੍ਰੋਮਣੀ ਅਵਸਥਾ। ਬੰਦਾ ਕਹਿ ਤਾਂ ਲੈਂਦਾ ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਸੁਣ ਸੁਣਾ ਕੇ ਗੱਲਾਂ ਕਰਨ ਲੱਗ ਪੈਂਦਾ, ਪਰ ਅਵਸਥਾ ਨਹੀਂ ਹੁੰਦੀ, ਗੱਲ ਨਹੀਂ ਬਣਦੀ ਜੀ। ਇੱਕ ਗੁਰਮੁਖ ਦੇ ਕੋਲ ਇੱਕ ਬੰਦਾ ਆਇਆ ਜੀ, ਉਹਨੇ ਕਥਾ ਸੁਣੀ ਸੀਗੀ ਜੀ, ਥੋੜਾ ਬਹੁਤਾ ਗਿਆਨ ਰੱਖਦਾ ਸੀ। ਇੱਕੋ ਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਸਭ ਬ੍ਰਹਮ ਹੈ, ਸਭ ਬ੍ਰਹਮ ਹੈ। ਤੇ ਮਹਾਂਪੁਰਖਾਂ ਨੇ ਕਿਹਾ ਵੀ ਹਾਂ ਸਭ ਬ੍ਰਹਮ ਹੈ। ਕਹਿੰਦਾ ਜੀ ਹੈ ਹੀ ਸਭ ਪਾਸੇ ਰੱਬ ਹੈ। ਤੇ ਹੁਣ ਮਹਾਂਪੁਰਖ ਫਿਰ ਥੋੜੇ ਜਿਹੇ ਸਾਵਧਾਨ ਹੋਏ ਵੀ ਇਹ ਅਵਸਥਾ ਨਹੀਂ ਹੈਗੀ, ਉੱਤੋਂ ਉੱਤੋਂ ਹੀ ਬੋਲਣ ਦਿਆ। ਗੱਜ ਕੇ ਆਖੋ ਵਾਹਿਗੁਰੂ। ਉਹ ਮਹਾਂਪੁਰਖਾਂ ਨੇ ਖੀਰ ਬਣਵਾਈ ਉਹਦੇ ਵਾਸਤੇ ਜੀ। ਕਹਿੰਦੇ ਵੇਖ ਖੀਰ ਬ੍ਰਹਮ ਹੈ ਨਾ? ਕਹਿੰਦਾ ਹਾਂ ਬ੍ਰਹਮ ਹੈ। ਕਹਿੰਦੇ ਛਕੇਗਾ? ਕਹਿੰਦਾ ਛਕਾਂਗਾ। ਤੇ ਜਦੋਂ ਛਕਣ ਲੱਗਾ ਨਾ ਜੀ, ਤੇ ਇੱਕ ਮੁੱਠ ਰੇਤ ਦੀ ਵਿੱਚ ਪਾਤੀ ਜੀ। ਮਹਾਂਪੁਰਖ ਕਹਿੰਦੇ ਇਹ ਵੀ ਬ੍ਰਹਮ ਹੀ ਹੈ। ਸ਼ੱਕ ਹੁਣ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਸ਼ੱਕ ਕਹਿਣ ਲੱਗੇ ਇਹ ਵੀ ਬ੍ਰਹਮ ਹੀ ਹੈ, ਇਹ ਵੀ ਰੱਬ ਰੂਪ ਹੀ ਹੈ। ਕਹਿੰਦਾ ਜੀ ਨਹੀਂ, ਇਹ ਨਹੀਂ ਖਾਧੀ ਜਾਣੀ। ਕਹਿੰਦੇ ਫਿਰ ਗੱਪਾਂ ਕਿਉਂ ਮਾਰਦਾ ਹੁੰਦਾ? ਕਹਿੰਦੇ ਹੁਣ ਸੁਣ, ਅੰਦਰ ਵਿਚਾਰ ਰੱਖਣਾ ਤੇ ਬਾਹਰ ਵਿਹਾਰ ਰੱਖਣਾ। ਬਾਹਰੋਂ ਨਹੀਂ ਰੌਲਾ ਪਾਉਂਦੇ ਫਿਰਨਾ ਵੀ ਸਭ ਬ੍ਰਹਮ ਹੈ, ਸਭ ਬ੍ਰਹਮ ਹੈ। ਅੰਦਰ ਵਿਚਾਰ ਰੱਖਣਾ, ਬਾਹਰ ਵਿਹਾਰ ਰੱਖਣਾ। ਮਹਾਂਪੁਰਖਾਂ ਨੇ ਉਹਨੂੰ ਉਦਾਹਰਣ ਦਿੱਤੀ, ਗੁਰਮੁਖਾਂ ਨੇ। ਕਹਿੰਦੇ ਤੇਰੇ ਘਰ ਵਿੱਚ ਤੇਰੀ ਪਤਨੀ ਵੀ ਹੈ, ਤੇਰੀ ਮਾਂ ਵੀ ਹੈ, ਤੇ ਤੇਰੀ ਭੈਣ ਵੀ ਹੈ ਤਾਂ ਸਭ ਇਸਤਰੀ ਰੂਪ ਹੀ ਹੈ ਨਾ, ਪਰ ਵਿਚਾਰ ਦੀ ਖੇਡ ਹੈ। ਮਾਂ ਵਰੀ ਵੱਖਰਾ ਸਤਿਕਾਰ ਹੈ ਤੇ ਭੈਣ ਵਰੀ ਵੱਖਰਾ ਸਤਿਕਾਰ ਹੈ ਜੀ। ਪਤਨੀ ਨਾਲ ਵੱਖਰਾ ਸਤਿਕਾਰ ਹੈ ਜੀ। ਵਿਚਾਰ ਹੈ ਨਾ, ਬਾਹਰ ਵਿਹਾਰ ਹੈ। ਅੰਦਰ ਵਿਚਾਰ ਸਭ ਇਸਤਰੀ ਹੈ, ਪਰ ਬਾਹਰੋਂ ਵਿਹਾਰ ਠੀਕ ਰੱਖਣਾ ਹੈ। ਬਾਬਾ ਜੀ ਦੀ ਅੰਦਰੋਂ ਅਵਸਥਾ ਜੋੜ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਜੀ। ਪੂਰੀ ਜੋੜ ਦਿੱਤੀ ਅੰਦਰੋਂ ਅਵਸਥਾ ਜੀ।
ਹਾਂਜੀ। ਨਮਸਕਾਰ ਕਰ ਉਠਤ ਪਇਓ ਤਬ, ਕਹਾਂ ਪਇਓ ਇਹ ਚਿਤ ਬਿਸਮਾਏ। ਬਾਬਾ ਜੀ ਨਮਸਕਾਰ ਕਰਕੇ ਗੁਰੂ ਅਰਜਨ ਸਾਹਿਬ ਨੂੰ ਉੱਠੇ ਤੇ ਹੈਰਾਨ ਹੋ ਗਏ ਵੀ ਇਹ ਮੇਰੇ ਨਾਲ ਕੀ ਬਣ ਗਿਆ। ਵੇਖੀ ਰੱਬ ਰਿਹਾ ਸਾਰੇ ਪਾਸੇ, ਅਵਸਥਾ ਨਵੀਂ ਨਵੀਂ ਮਿਲੀ ਹੈ ਜੀ। ਹਾਂਜੀ। ਰਾਗ ਨਾ ਦਵੈਸ਼ ਨਾ ਮੋਹ ਨਾ ਮਾਇਆ। ਬਾਬਾ ਜੀ ਮਹਿਸੂਸ ਕਰ ਰਹੇ ਵੀ ਮੇਰਾ ਕਿਸੇ ਨਾਲ ਪਿਆਰ ਨਹੀਂ ਰਿਹਾ, ਮੇਰੀ ਕਿਸੇ ਨਾਲ ਈਰਖਾ ਵੀ ਨਹੀਂ ਰਹੀ, ਕਿਸੇ ਨਾਲ ਮੋਹ ਨਹੀਂ ਰਿਹਾ, ਕਿਸੇ ਉੱਤੇ ਕਿਸੇ ਮਾਇਆ ਦਾ ਮੇਰੇ ਤੇ ਅਸਰ ਨਹੀਂ ਹੈਗਾ। ਹਾਂਜੀ। ਪਰਦਾ ਮਿਟਿਓ ਪਛਾਨਿਓ ਏਕ। ਮਾਇਆ ਦਾ ਪਰਦਾ ਮਿਟ ਗਿਆ ਤੇ ਹੁਣ ਸਾਰੇ ਪਾਸੇ ਵੇਖੀ ਰੱਬ ਰਿਹਾ ਜੀ। ਅਵਸਥਾ ਬਣ ਗਈ ਸੰਗਤ ਦੀ। ਹਾਂਜੀ। ਇੱਕ ਦੋਏ ਦਿਨ ਪੁੰਨ ਬਸੇ ਤਿਸੀਪੁਰ। ਇੱਕ ਦੋ ਦਿਨ ਬਾਬਾ ਜੀ ਗੋਇੰਦਵਾਲ ਸਾਹਿਬ 'ਚ ਹੀ ਰਹੇ ਜੀ। ਹਾਂਜੀ। ਅਤ ਸੁਖ ਪਾਇਸ ਪਰਮ ਵਿਵੇਕ। ਗੱਜ ਕੇ ਆਖੋ ਬ੍ਰਹਮ ਗਿਆਨ ਦੀ ਅਵਸਥਾ ਬਣ ਗਈ। ਆਤਮਾ ਸੁਖੀ ਹੋ ਗਈ ਜੀ, ਆਤਮਾ ਆਨੰਦ 'ਚ ਹੋ ਗਈ ਜੀ। ਬਾਬਾ ਜੀ ਕਿਸੇ ਨਾਲ ਗੱਲ ਨਾ ਕਰਨ, ਐ ਆਪਣੇ ਆਨੰਦ ਵਿੱਚ ਲੀਨ ਰਹੋਗੇ ਜੀ। ਹਾਂਜੀ। ਤਬ ਸ਼੍ਰੀ ਅਰਜਨ ਗਿਰਾ ਬਖਾਨੀ। ਮਹਾਰਾਜ ਦੇ ਕੋਲ ਆਏ ਜੀ ਬਾਬਾ ਮਹਾਦੇਵ ਜੀ 2 ਦਿਨਾਂ ਬਾਅਦ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਹੁਣ ਸਾਡੀ ਗੱਲ ਸੁਣੋ। ਹਾਂਜੀ। ਸੁਨਹੁ ਭਰਾਤ ਤਨ ਤਜਬੇ ਟੇਕ। ਮਹਾਰਾਜ ਕਹਿੰਦੇ ਤੁਸੀਂ ਸਾਡੇ ਵੱਡੇ ਭਰਾ ਹੋ, ਇਸ ਕਰਕੇ ਤੁਹਾਨੂੰ ਦੱਸ ਰਹੇ ਆ ਤੁਹਾਡੇ ਸਰੀਰ ਛੱਡਣ ਦਾ ਸਮਾਂ ਆ ਗਿਆ। ਕਹਿਣ ਲੱਗੇ ਕੋਈ ਭਰਾ ਕਿਸੇ ਭਰਾ ਨੂੰ ਕਹਿ ਸਕਦਾ ਜੀ ਇੰਝ? ਪਤਾ ਹੀ ਕੱਖ ਨਹੀਂ ਤੇ ਕਹਿਣਾ ਕੀ ਹੈ ਜੀ। ਹਾਂਜੀ। ਦੋਏ ਦਿਵਸ ਮੈਂ ਹੈ ਪ੍ਰਾਨਨ ਤਿਆਗੋ। 2 ਦਿਨ ਬਾਅਦ ਤੁਹਾਡੀ ਉਮਰ ਪੂਰੀ ਹੋ ਜਾਣੀ। ਕਹਿਣ ਲੱਗੇ ਤੇ ਜਿਹੜਾ ਸਰੀਰ ਪਾ ਕੇ ਜਿਹੜੀ ਗੱਲ ਬਣਨੀ ਚਾਹੀਦੀ ਸੀ ਨਾ, ਉਹ ਗੱਲ ਤੁਹਾਡੀ ਬਣ ਗਈ ਹੈ। ਕਹਿਣ ਲੱਗੇ 2 ਦਿਨਾਂ ਬਾਅਦ ਤੁਸੀਂ ਸਰੀਰ ਤਿਆਗ ਦਿਓ ਹੁਣ ਆਪਣਾ। ਹਾਂਜੀ। ਬਸ ਹੈ ਇਹਾਂ ਹ ਸਿੱਖ ਅਨੇਕ। ਇੱਥੇ ਹੀ ਛੱਡ ਦਿਓ, ਅਸੀਂ ਇੱਥੇ ਹੀ ਰਵਾਂਗੇ ਉਹਨੇ ਦਿਨ। ਕਹਿਣ ਲੱਗੇ ਕਿੰਨੇ ਸਿੱਖ ਇੱਥੇ ਨੇ, ਇੱਥੇ ਹੀ ਸਰੀਰ ਛੱਡ ਦਿਓ ਜੀ। ਹਾਂਜੀ। ਸ਼੍ਰੀ ਗੁਰ ਅਮਰ ਅੰਸ ਹੈ ਏਠਾ। ਨਾਲੇ ਮਹਾਰਾਜ ਕਹਿਣ ਲੱਗੇ ਸਾਡਾ ਨਾਨਕਾ ਪਿੰਡ ਹੈ, ਗੁਰੂ ਅਮਰਦਾਸ ਜੀ ਦੀ ਅੰਸ ਬੰਸ ਇੱਥੇ ਮੌਜੂਦ ਹੈ। ਹਾਂਜੀ। ਪਿਤ ਨਾਨੇ ਤਨ ਤਿਆਗਿਓ ਥਾਨ। ਭਰਾ ਜੀ ਨਾਲੇ ਸਾਡੇ ਪਿਤਾ ਜੀ ਨੇ ਵੀ ਇੱਥੇ ਹੀ ਸਰੀਰ ਤਿਆਗਿਆ, ਗੁਰੂ ਰਾਮਦਾਸ ਜੀ ਨੇ, ਤੇ ਸਾਡੇ ਨਾਨਾ ਜੀ ਨੇ ਵੀ ਇੱਥੇ ਹੀ ਸਰੀਰ ਤਿਆਗਿਆ, ਤੇ ਤੁਸੀਂ ਵੀ ਇੱਥੇ ਹੀ ਤਿਆਗ ਦਿਓ। ਕਹਿਣ ਲੱਗੇ ਹਾਂਜੀ। ਜਿਉਂ ਗਜ ਫੂਲ ਮਾਲ ਕੋ ਡਾਰੀ, ਤਿਮ ਤੁਮ ਤਜੋ ਦੇਹ ਸੁਖ ਮਾਨ। ਕਹਿਣ ਲੱਗੇ ਤੁਹਾਨੂੰ ਸਰੀਰ ਛੱਡਣ ਲੱਗਿਆਂ ਤੰਗੀ ਨਹੀਂ ਹੋਏਗੀ। ਪ੍ਰੇਮ ਨਾਲ ਆਖੋ ਸੰਗਤ ਜੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਕੀ ਆਖਿਆ? ਸਰੀਰ ਛੱਡਣ ਲੱਗਿਆਂ ਤੰਗੀ ਨਹੀਂ ਹੋਏਗੀ। ਸੰਗਤ ਜੀ ਬੜਾ ਦੁੱਖ ਹੁੰਦਾ ਜਦੋਂ ਬੰਦਾ ਸਰੀਰ ਛੱਡਦਾ ਜੀ। ਬਾਣੀ ਵਿੱਚ ਲਿਖਿਆ ਜਿੰਦ ਨਮਾਣੀ ਕੱਢੀਐ ਹੱਡਾਂ ਕੂ ਕੜਕਾਏ। ਐ ਸਰੀਰ ਵਿੱਚੋਂ ਜਾਨ ਜਦੋਂ ਨਿਕਲਦੀ ਹੈ ਨਾ, ਬਹੁਤ ਦਰਦ ਹੁੰਦੀ ਹੈ ਜੀ। ਮਹਾਰਾਜ ਕਹਿੰਦੇ ਤੁਸੀਂ ਸਾਡਾ ਬਚਨ ਮੰਨੋ ਤੇ ਸਰੀਰ ਤਿਆਗ ਦਿਓ, ਸਮਾਂ ਆ ਗਿਆ। ਜਿਵੇਂ ਹਾਥੀ ਆਪਣੀ ਸੁੰਡ 'ਚ ਮਾਲਾ ਲੈ ਕੇ ਦੂਜੀ ਥਾਂ ਤੇ ਰੱਖ ਦਿੰਦਾ, ਉਹਨੂੰ ਕੋਈ ਦਰਦ ਤਕਲੀਫ ਨਹੀਂ ਹੁੰਦੀ, ਇਸੇ ਤਰ੍ਹਾਂ ਤੁਸੀਂ ਸਰੀਰ ਤਿਆਗੋਗੇ। ਕਹਿਣ ਲੱਗੇ ਕੋਈ ਦੁੱਖ ਨਹੀਂ ਹੋਏਗਾ। ਹਾਂਜੀ। ਸੁਨਤ ਪ੍ਰਫੁੱਲਿਤ ਮਹਾਦੇਵ ਭਾ। ਅੱਛਾ ਹੁਣ ਸੁਣੋ, ਕਿਸੇ ਨੂੰ ਆਖੀਏ ਵੀ ਤੂੰ ਮਰ ਜਾ, ਸਰੀਰ ਛੱਡ ਦੇ, ਉਹ ਵਿਚਾਰਾ ਹੋਰ ਤਰ੍ਹਾਂ ਦਾ ਹੋ ਜਾਏਗਾ ਜੀ। ਜਦੋਂ ਬਾਬਾ ਮਹਾਦੇਵ ਜੀ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਨਾ ਸਰੀਰ ਛੱਡ ਦਿਓ, ਤੇ ਬਾਬਾ ਮਹਾਦੇਵ ਜੀ ਨੂੰ ਚਾਅ ਚੜ ਗਿਆ ਜੀ। ਪ੍ਰਫੁੱਲਤ, ਬਹੁਤੇ ਹੀ ਖੁਸ਼ ਹੋਏ ਬਾਬਾ ਮਹਾਦੇਵ ਜੀ। ਹਾਂਜੀ। ਅਬ ਕੁਛ ਕਰਨੋ ਰਹਿਓ ਨਾ ਜਾਨ। ਪਤਾ ਲੱਗ ਗਿਆ ਵੀ ਹੁਣ ਕਰਨ ਵਾਲਾ ਤੇ ਕੁਝ ਰਹਿ ਨਹੀਂ ਗਿਆ। ਹੁੰਦਾ ਵੀ ਰੱਬ ਨੂੰ ਮਿਲਣਾ ਤੇ ਰੱਬ ਵੀ ਮਿਲ ਗਿਆ। ਹਾਂਜੀ। ਨਹਿ ਚਿੰਤਾ ਤਨ ਰਾਖਨ ਤਿਆਗਨ। ਬਾਬਾ ਜੀ ਨੂੰ ਨਾ ਸਰੀਰ ਰੱਖਣ ਦੀ ਚਿੰਤਾ ਤੇ ਨਾ ਤਿਆਗਣ ਦੀ ਚਿੰਤਾ ਜੀ।
ਕਿਉਂ ਸਰੀਰ ਨਾਲ ਸੰਬੰਧ ਨਹੀਂ ਨਾ ਰਿਹਾ ਜੀ। ਹਾਂਜੀ, ਹੋਏ ਭਲੇ ਗਤ ਕਰਮਨ ਠਾਨ। ਤੇ ਬਾਬਾ ਜੀ ਸੋਚਣ ਲੱਗੇ ਵੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਸਰੀਰ ਛੱਡਾਂਗਾ, ਇਹਦੇ ਤੋਂ ਵਧੀਆ ਮੇਰੇ ਹੋਰ ਕੀ ਕਰਮ ਹੋਣਗੇ। ਕਹਿਣ ਲੱਗੇ, ਚਾਅ ਚੜ ਗਿਆ ਬਾਬਾ ਜੀ ਨੂੰ ਸੁਣ ਕੇ ਵੀ ਮੈਂ ਸਰੀਰ ਤਿਆਗਣਾ। ਆਖੋ ਵਾਹਿਗੁਰੂ ਵਾਹਿਗੁਰੂ। ਭਗਤ ਜੀ ਵੀ ਲਿਖਦੇ, ਭਗਤ ਕਬੀਰ ਜੀ ਕਹਿੰਦੇ ਮੈਨੂੰ ਵੀ ਮਰਨ ਦਾ ਚਾਅ ਹੈਗਾ। ਮੋਹੇ ਮਰਨੇ ਕਾ ਚਾਉ ਹੈ, ਮਰੋ ਤਾ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ। ਕੌਣ ਹੈਗਾ ਬੰਦਾ ਜਿਹਨੂੰ ਮਰਨ ਦਾ ਚਾਅ ਹੋਵੇ ਜੀ। ਬਾਬਾ ਜੀ ਨੂੰ ਖੁਸ਼ੀਆਂ ਚੜ ਗਈਆਂ, ਇੰਨੇ ਖੁਸ਼ ਹੋਏ ਬਾਬਾ ਜੀ ਜਿਵੇਂ ਕਿਸੇ ਬੰਦੇ ਦਾ ਵਿਆਹ ਹੁੰਦਾ ਤੇ ਉਹ ਖੁਸ਼ ਹੁੰਦਾ ਨਾ, ਇਸ ਤਰੀਕੇ ਨਾਲ ਬਾਬਾ ਮਹਾਦੇਵ ਜੀ ਖੁਸ਼ ਹੋਏ ਜੀ। ਹਾਂਜੀ, ਮੈਂ ਨਿਤ ਅਮਰ ਨਾ ਜਨਮ ਨਾ ਮਰਨੋ। ਅਵਸਥਾ ਕੀ ਹੈ ਪਤਾ ਲੱਗ ਗਿਆ, ਅੰਦਰ ਦੀ ਆਤਮਾ ਅਮਰ ਹੈ, ਨਾ ਇਹਦਾ ਜਨਮ ਹੋਣਾ ਨਾ ਇਹਦਾ ਮੌਤ ਹੋਣੀ ਹੈ ਇਹਦੀ। ਹਾਂਜੀ, ਮਿਥਿਆ ਦੇਹ ਨਾ ਥਿਰਤਾ ਪਾਏ। ਆਤਮਾ ਅਮਰ ਹੈ ਤੇ ਸਰੀਰ ਮਿਥਿਆ ਹੈ, ਸਰੀਰ ਨਾਸ ਹੋਣ ਵਾਲਾ ਹੈ, ਇਹਨੇ ਰਹਿਣਾ ਨਹੀਂ। ਆਤਮਾ ਦਾ ਵਿਗੜਨਾ ਕੁਝ ਨਹੀਂ ਜੀ। ਹਾਂਜੀ, ਇਮ ਕਹਿ ਰਹਿਓ ਆਨੰਦਤ ਅਤਸ਼ੈ। ਲਓ ਜੀ ਬਾਬਾ ਜੀ ਬਹੁਤ ਆਨੰਦਿਤ ਹੋ ਗਏ ਤੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਨਾ ਮੈਂ ਜੰਮਣਾ ਨਾ ਮੈਂ ਮਰਨਾ, ਤੇ ਸਰੀਰ ਹੀ ਤਿਆਗਣਾ, ਤਿਆਗ ਦਿੰਨੇ ਆ। ਹਾਂਜੀ, ਭ੍ਰਮ ਅਗਿਆਨ ਸਮੇਤ ਬਿਹਾਏ। ਸਭ ਭ੍ਰਮ ਤੇ ਅਗਿਆਨ ਵਹਿ ਗਿਆ ਜੀ ਬਾਬਾ ਮਹਾਦੇਵ ਜੀ ਦਾ ਜੀ, ਦੂਰ ਹੋ ਗਿਆ ਜੀ। ਆਖੋ ਧੰਨ ਬਾਬਾ ਮਹਾਦੇਵ ਜੀ, ਧੰਨ ਬਾਬਾ ਮਹਾਦੇਵ ਜੀ। ਇਹ ਕੁਛ ਐਵੇਂ ਨਾ ਸੋਚਿਓ, ਇਹ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਪੁੱਤਰ ਨੇ। ਬਾਬਾ ਪ੍ਰਿਥੀ ਚੰਦ ਦੇ ਛੋਟੇ ਭਰਾ ਤੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਨੇ। ਗੁਰੂ ਅਮਰਦਾਸ ਜੀ ਦੇ ਦੋਤਰੇ ਨੇ, ਦੋਤਰੇ। ਛੋਟੀ ਅਵਸਥਾ ਨਹੀਂ ਹੈਗੀ ਜੀ। ਆਖੋ ਸਾਰੇ ਧੰਨ ਧੰਨ ਬਾਬਾ ਮਹਾਦੇਵ ਜੀ। ਧੰਨ ਧੰਨ ਬਾਬਾ ਮਹਾਦੇਵ ਜੀ। ਬਾਬਾ ਮਹਾਦੇਵ ਜੀ ਕਹਿੰਦੇ ਮਹਾਰਾਜ ਮੈਨੂੰ ਕੋਈ ਚਿੰਤਾ ਨਹੀਂ ਹੈਗੀ ਸਰੀਰ ਛੱਡਣ ਦੀ। ਹਾਂਜੀ, ਬੀਤ ਗਏ ਦਿਨ ਸਮਾਂ ਸੋ ਆਇਓ। ਸੋ 2 ਦਿਨ ਲੰਘ ਗਏ ਜੀ, ਸਮਾਂ ਆ ਗਿਆ ਜੀ ਜਿੱਦਣ ਸਰੀਰ ਛੱਡਣਾ ਹੈ। ਹਾਂਜੀ, ਜਾਣਿਓ ਤਨ ਕੋ ਤਜਨ ਸੁਭਾਏ। ਤੇ ਜਾਣਿਓ ਤਨ ਕੋ ਤਜਨ ਸੁਭਾਏ। ਵੇਖ ਲਿਆ ਵੀ ਹੁਣ ਸਰੀਰ ਛੱਡਣ ਦਾ ਸਮਾਂ ਜਿਹੜਾ ਹੈ ਉਹ ਮੇਰਾ ਆ ਗਿਆ ਹੈ। ਪਿਆਰਿਓ ਬੜੀ ਵੱਡੀ ਗੱਲ 'ਚ ਕਿਸੇ ਨੂੰ ਆਪੇ ਹੀ ਪਤਾ ਲੱਗ ਜਾਣਾ ਵੀ ਮੇਰਾ ਸਰੀਰ ਛੱਡਣ ਦਾ ਸਮਾਂ ਆ ਗਿਆ ਜੀ। ਹਾਂਜੀ, ਸ੍ਰੀ ਅਰਜਨ ਟਿਗ ਹੋਇ ਕਰ ਪੌੜਿਓ, ਕਹਿਓ ਪ੍ਰਾਨ ਅਬ ਮੇਰੋ ਜਾਏ। ਬਾਬਾ ਮਹਾਦੇਵ ਜੀ ਨੇ ਬੌਲੀ ਸਾਹਿਬ ਚੋਂ ਇਸ਼ਨਾਨ ਕੀਤਾ ਜੀ। 50 ਸਾਲ ਤੋਂ ਉੱਤੇ ਬਾਬਾ ਜੀ ਦੀ ਉਮਰ ਹੈ, ਸਰੀਰ ਨੂੰ ਕੋਈ ਰੋਗ ਨਹੀਂ ਹੈਗਾ ਜੀ। ਬੌਲੀ ਸਾਹਿਬ ਵਿੱਚ ਕੀਤਾ ਇਸ਼ਨਾਨ, ਬਸਤਰ ਪਾਏ ਤੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆ ਕੇ ਲੰਮੇ ਪੈ ਗਏ ਜੀ, ਲੰਮੇ ਪੈ ਗਏ। ਪ੍ਰਾਨ ਅਬ ਮੇਰੋ ਜਾਏ, ਕਹਿਣ ਲੱਗੇ ਮਹਾਰਾਜ ਹੁਣ ਮੇਰੇ ਪ੍ਰਾਣ ਖਤਮ ਹੋਣ ਲੱਗੇ ਨੇ, ਨਿਕਲਣ ਵਾਲੇ ਨੇ। ਹਾਂਜੀ, ਤਬ ਸਤਿਗੁਰ ਪਰਵਾਰ ਸਹਤ ਕੋ, ਮੋਹਰੀ ਤਤ ਛਿਨ ਲੀਨ ਬੋਲਾਏ। ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਮਾ ਜੀ ਨੂੰ ਸੱਦਿਆ ਜੀ, ਬਾਬਾ ਮੋਹਰੀ ਜੀ ਨੂੰ ਸੱਦਿਆ, ਸਾਰਾ ਪਰਿਵਾਰ ਸੱਦਿਆ ਮਹਾਰਾਜ ਜੀ ਨੇ। ਹਾਂਜੀ, ਸੰਸ ਰਾਮ ਜਿਹ ਸਾਥ ਅਰਥ ਮਲ। ਬਾਬਾ ਸੰਸ ਰਾਮ ਜੀ, ਬਾਬਾ ਮੋਹਨ ਜੀ ਦੇ ਪੁੱਤਰ ਬਾਬਾ ਅਰਥਮਲ ਜੀ। ਹਾਂਜੀ, ਸਿੱਖ ਸੰਗਤ ਆਨੰਦ ਸੋ ਆਏ। ਹੋਰ ਸਿੱਖ ਸੰਗਤਾਂ ਸਾਰੇ ਪਹੁੰਚ ਗਏ, ਸਭ ਨੂੰ ਪਤਾ ਲੱਗ ਗਿਆ ਬਾਬਾ ਮਹਾਦੇਵ ਜੀ ਸਰੀਰ ਛੱਡਣ ਲੱਗੇ ਨੇ। ਵੇਖ ਲਓ ਸੰਗਤ ਜੀ, ਇਹ ਅਤਕਥਨੀ ਨਹੀਂ ਹੈਗੀ ਜੀ। ਮੈਂ ਇੱਥੇ 2-3 ਪ੍ਰੇਮੀ ਬੈਠੇ ਨੇ ਜਿਨ੍ਹਾਂ ਨੂੰ ਵੀਡੀਓ ਦਿਖਾਈ ਸੀਗੀ। ਬੁੱਧ ਧਰਮ ਦਾ ਇੱਕ ਮਹਾਤਮਾ ਬਿਲਕੁਲ ਉਹਨੇ ਆਪਣੇ ਚੇਲਿਆਂ ਨੂੰ ਦੱਸਿਆ ਜੀ, ਸਾਰੇ ਚੇਲੇ ਲਾਗੇ ਬੈਠੇ, ਉਹ ਆ ਕੇ ਵਿੱਚ ਲੰਮੇ ਪਿਆ ਜੀ, ਛਾਤੀ ਤੇ ਦੋਵੇਂ ਹੱਥ ਰੱਖ ਲਏ ਤੇ ਮਸਾਂ ਹੀ 2-3 ਮਿੰਟ ਤੋਂ ਪਹਿਲਾਂ ਉਹਨੇ ਸਰੀਰ ਛੱਡ ਦਿੱਤਾ ਜੀ। ਪੂਰੀ ਹੋਸ਼ੋ ਹਵਾਸ ਵਿੱਚ ਛੱਡਿਆ ਜੀ। ਵੀਡੀਓ ਬਣੀ ਜੀ ਉਹਦੀ ਜੀ। ਅਵਸਥਾ ਜੀ,
ਉਹਦੀ ਵੀਡੀਓ ਬਣੀ ਜੀ। ਸਰੀਰ ਛੱਡਦੇ ਦੀ ਮੌਤ ਹੁੰਦੇ ਦੀ ਵੀਡੀਓ ਬਣੀ ਹੈ ਜੀ। ਲੰਮੇ ਪਏ ਜੀ, ਉਹ ਸਾਰਿਆਂ ਨੂੰ ਮਿਲੇ, ਲੰਮੇ ਪਏ ਤੇ ਬਸ ਸਰੀਰ ਛੱਡਤਾ ਜੀ। ਆਮ ਬੰਦਾ ਕਿੰਨਾ ਦੁਖੀ ਹੁੰਦਾ ਜੀ। ਤੇ ਬਾਬਾ ਮਹਾਦੇਵ ਜੀ ਹੋਣੀ ਤੇ ਉਹਨਾਂ ਤੋਂ ਵੀ ਵੱਡੇ ਨੇ ਜੀ। ਸੋ ਬਾਬਾ ਮਹਾਦੇਵ ਜੀ ਨੇ ਸਰੀਰ ਤਿਆਗਣਾ, ਸਭ ਸੰਗਤਾਂ ਨੂੰ ਪਤਾ ਲੱਗ ਗਿਆ, ਸੰਗਤਾਂ ਭੱਜ ਭੱਜ ਕੇ ਆਈਆਂ ਜੀ। ਹਾਂਜੀ। ਸੱਤਾ ਅਰ ਬਲਵੰਡ ਬੁਲਾਏ, ਕਰੋ ਕੀਰਤਨ ਬਚ ਫੁਰਮਾਏ। ਗੱਜ ਕੇ ਆਖੋ। ਸੱਤਾ ਤੇ ਬਲਵੰਡ ਜੀ ਫਿਰ ਮਹਾਰਾਜ ਦੇ ਨਾਲ ਹੀ ਰਹਿੰਦੇ ਆ ਨਾ। ਭਾਈ ਸੱਤਾ ਤੇ ਬਲਵੰਡ ਜੀ ਆਏ ਆ, ਮਹਾਰਾਜ ਕਹਿੰਦੇ ਕੀਰਤਨ ਕਰੋ ਭਾਈ। ਹਾਂਜੀ। ਭਾਈ ਭੀਰ ਧੁਨ ਉੱਠੀ ਸ਼ਬਦ ਕੀ। ਬਹੁਤ ਸੰਗਤਾਂ ਇਕੱਠੀਆਂ ਹੋ ਗਈਆਂ। ਬਾਬਾ ਮਹਾਦੇਵ ਜੀ ਆਰਾਮ ਕਰ ਰਹੇ, ਲੰਮੇ ਪਏ ਆ ਤੇ ਕੀਰਤਨ ਦੀ ਆਵਾਜ਼ ਆ ਰਹੀ ਹੈ ਜੀ। ਹਾਂਜੀ। ਸੁਨ ਬੈਰਾਗ ਸਭਨ ਉਪਜਾਏ। ਸਾਰਿਆਂ ਦੇ ਮਨ 'ਚ ਬੈਰਾਗ ਆ ਗਿਆ। ਕਿਉਂ? ਇਉਂ ਲੱਗਦਾ ਜਿਵੇਂ ਗੁਰੂ ਰਾਮਦਾਸ ਜੀ ਹੋਣ ਜੀ। ਚਿਹਰਾ ਮੂਹਰਾ ਮਿਲਦਾ ਨਾ ਜੀ ਗੁਰੂ ਰਾਮਦਾਸ ਜੀ ਨਾਲ। ਹਾਂਜੀ। ਮਹਾਦੇਵ ਸਭਨ ਹਿਨ ਕੋ ਪਿਖ ਕਰ, ਕਰ ਕੋ ਜੋਰ ਬੰਦਨਾ ਕੀ। ਬਾਬਾ ਮਹਾਦੇਵ ਜੀ ਨੇ ਸਾਰਿਆਂ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਜੀ। ਹਾਂਜੀ। ਸ਼ਿਮਹੋ ਸਰਬ ਹੀ ਜੇ ਮਮ ਅਵਗੁਣ। ਨਿਮਰਤਾ ਵਿੱਚ ਆ ਕੇ ਪਤਾ ਕੀ ਕਹਿਣ ਲੱਗੇ? ਸਾਰੀ ਸੰਗਤ ਨੂੰ ਕਹਿਣ ਲੱਗੇ, ਭਾਈ ਮੇਰੇ ਕੋਲੋਂ ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਮੇਰੀਆਂ ਭੁੱਲਾਂ ਮਾਫ ਕਰ ਦਿਓ, ਕਹਿਣ ਲੱਗੇ ਨਿਮਰਤਾ ਨਾਲ। ਹਾਂਜੀ। ਸਤ ਸੰਗਤ ਗੁਰ ਸਿੱਖ ਪ੍ਰਬੀਨ। ਤੁਸੀਂ ਸਤ ਸੰਗਤ ਤੋਂ ਗੁਰੂ ਦੇ ਸਿੱਖ ਹੋ ਤੇ ਸਤਿਗੁਰੂ ਜੀ ਆਪ ਬੈਠੇ ਨੇ। ਮੇਰੇ ਕੋਲੋਂ ਬੜੀਆਂ ਹੀ ਭੁੱਲਾਂ ਹੋਈਆਂ ਨੇ, ਮੈਨੂੰ ਮਾਫ ਕਰ ਦਿਓ। ਸੰਗਤ ਜੀ, ਬਾਬਾ ਜੀ ਦਾ ਚਿਹਰਾ ਗੁਰੂ ਰਾਮਦਾਸ ਜੀ ਨਾਲ ਮਿਲਦਾ ਜੀ। ਗੁਰੂ ਰਾਮਦਾਸ ਜੀ ਦੇ ਸਕੇ ਪੁੱਤਰ ਨੇ। ਹਾਂਜੀ। ਦੇਹੋ ਸਕਲ ਬਾਲ ਮਨ ਲਹਿ ਥਿਰ ਉਰ, ਪਰਮੇਸ਼ਰ ਮੈਂ ਹੋਵਸ ਲੀਨ। ਤੇ ਫਿਰ ਬਾਬਾ ਜੀ ਨਾ ਆਪ ਕਹਿ ਰਹੇ, ਕਹਿੰਦੇ ਮੈਨੂੰ ਆਸ਼ੀਰਵਾਦ ਦਿਓ, ਸਾਰੀ ਸੰਗਤ ਮੇਰਾ ਵਾਹਿਗੁਰੂ ਜੀ ਦੇ ਵਿੱਚ ਵਾਸਾ ਹੋ ਜਾਵੇ, ਕਹਿਣ ਲੱਗੇ ਸਾਹਿਬ ਨਾਲ ਮੇਲ ਹੋਵੇ ਜੀ। ਦੇਹੋ ਸੱਜਣ ਆਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਦੇਹੋ ਸੱਜਣ ਆਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਪ ਬਾਬਾ ਜੀ ਆਸ਼ੀਰਵਾਦ ਮੰਗਦੇ ਜੀ। ਇਸੇ ਦਾ ਹੀ ਕੀਰਤਨ ਹੋ ਰਿਹਾ ਜੀ। ਹਾਂਜੀ। ਦੇਹੋ ਸਕਲ ਬਰ ਮਨ ਲਹਿ ਥਿਰ ਉਰ, ਪਰਮੇਸ਼ਰ ਮੈਂ ਹੋਵਸ ਲੀਨ। ਕਹਿੰਦੇ ਮੈਨੂੰ ਵਰ ਦਿਓ ਸਾਰੇ, ਮੇਰਾ ਰੱਬ ਦੇ ਵਿੱਚ ਵਾਸਾ ਹੋ ਜਾਵੇ। ਸੁਨ ਕਰ ਸਭਨ ਨਮੋ ਤਿਸ ਕੋ ਕਰ। ਬਾਬਾ ਜੀ ਨੂੰ ਵੇਖ ਕੇ ਸਾਰਿਆਂ ਨੇ ਗੱਲ ਸੁਣ ਕੇ ਨਮਸਕਾਰ ਕੀਤੀ ਬਾਬਾ ਮਹਾਦੇਵ ਜੀ ਨੂੰ। ਤੁਸੀਂ ਵੀ ਕਰੋ, ਆਖੋ ਧੰਨ ਬਾਬਾ ਮਹਾਦੇਵ ਜੀ। ਧੰਨ ਬਾਬਾ ਮਹਾਦੇਵ ਜੀ। ਸੰਗਤ ਜੀ, ਬੜੀ ਵੱਡੀ ਅਵਸਥਾ 'ਚ ਮਰਨ ਦਾ ਬੜਾ ਵੱਡਾ ਦੁੱਖ 'ਚ। ਹਾਂਜੀ। ਅਸ਼ਰੂ ਭਰੇ ਦ੍ਰਿਗ ਤਨ ਤਜ ਚੀਨ। ਜਿੰਨਾ ਜਿੰਨਾ ਫਿਰ ਜਿਹਦਾ ਪ੍ਰੇਮ ਹੈ ਬੈਰਾਗ ਤੇ ਉਹਨੂੰ ਆਉਂਦਾ ਹੀ ਹੈ। ਸੰਗਤਾਂ ਦੇ ਵਿੱਚ ਕਈਆਂ ਦੇ ਨੇਤਰ ਸੱਜਲ ਹੋ ਗਏ। ਪੌੜਿਓ ਪਾਏ ਬਦਨ ਪਰ ਅੰਬਰ। ਬਾਬਾ ਜੀ ਫਿਰ ਲੰਮੇ ਪੈ ਗਏ ਜੀ। ਹਾਂਜੀ। ਤੇ ਸਰੀਰ ਦੇ ਉੱਤੇ ਨਾ ਜੀ ਕੱਪੜਾ ਪਾ ਲਿਆ ਜੀ। ਹਾਂਜੀ। ਤਤ ਛਿਨ ਤਨ ਤਜ ਸਭਨ ਮਝਾਰ। ਗੱਜ ਕੇ ਆਖੋ। ਤੇ ਲੰਮੇ ਪੈ ਗਏ ਤੇ ਵੇਂਦਿਆਂ ਹੀ ਵੇਂਦਿਆਂ ਬਾਬਾ ਮਹਾਦੇਵ ਜੀ ਦੀ ਜੋਤ ਵਾਹਿਗੁਰੂ ਵਿੱਚ ਰਲ ਗਈ ਤੇ ਬਾਬਾ ਜੀ ਨੇ ਸਰੀਰ ਛੱਡ ਦਿੱਤਾ ਜੀ। ਬਹੁਤ ਹੀ ਸੌਖਾ ਜੀ। ਮੇਰੇ ਖਿਆਲ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਕਦੀ ਸੀਨ ਨਹੀਂ ਦੇਖਿਆ ਹੋਏਗਾ।
ਤੋ ਨੈਟ ਤੇ ਹੈ ਵਾ ਉਹ ਜੈਨੀ ਜਾਂ ਬੋਧੀ ਮਹਾਤਮਾ, ਉਹਦਾ ਸਰੀਰ ਛੱਡ ਰਿਹਾ, ਸਾਰਿਆਂ ਵਿੱਚ ਦੱਸ ਕੇ ਛੱਡ ਰਿਹਾ। ਗੱਲ ਤੇ ਸੰਗਤ ਦੀ ਅਵਸਥਾ ਦੀ ਹੈ। ਤੇ ਬਾਬਾ ਜੀ ਦੀ ਜੋਤ ਵਾਹਿਗੁਰੂ ਜੀ ਦੀ ਜੋਤ ਵਿੱਚ ਰਲ ਗਈ ਜੀ। ਹਾਂਜੀ। ਲੀਨ ਪਇਓ ਸ਼੍ਰੀ ਅਰਜਨ ਮਹਿਤਾਬ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਚ ਲੀਨ ਹੋ ਗਏ ਬਾਬਾ ਜੀ। ਅੱਜ ਗੁਰੂ ਰਾਮਦਾਸ ਜੀ ਦਾ ਵਿਚਲਾ ਪੁੱਤਰ ਸਰੀਰ ਛੱਡ ਗਏ ਜੀ। ਹਾਂਜੀ। ਲਹੀ ਏਕਤਾ ਗਤੀ ਉਦਾਰ। ਐ ਮਹਾਰਾਜ ਜੀ ਦੇ ਵਿੱਚ ਲੀਨ ਹੋ ਕੇ ਮੁਕਤੀ ਨੂੰ ਪ੍ਰਾਪਤ ਹੋਏ ਜੀ ਬਾਬਾ ਜੀ। ਹਾਂਜੀ। ਧੰਨ ਧੰਨ ਮੁਖ ਕਰ ਹੈ ਉਚਾਰਨ। ਤੇ ਸਾਰੇ ਪਤਾ ਕੀ ਕਹਿ ਰਹੇ ਜੀ? ਧੰਨ ਧੰਨ ਬਾਬਾ ਮਹਾਦੇਵ ਜੀ। ਧੰਨ ਧੰਨ ਮਹਾਦੇਵ ਜੀ। ਬਾਬਾ ਜੀ ਦੀ ਬਹੁਤੀ ਵੱਡੀ ਅਵਸਥਾ ਕਹਿਣ ਲੱਗੇ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਨੇ ਸਰੀਰ ਤਿਆਗਿਆ, ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਨੇ ਸਰੀਰ ਤਿਆਗਿਆ ਜੀ। ਉਸਤਤ ਉਸਤਤ ਸੁਜਸ ਭਨਤ ਬਹੁ ਬਾਰ। ਤੇ ਸਾਰੇ ਬਾਬਾ ਮਹਾਦੇਵ ਜੀ ਦੀ ਉਸਤਤ ਕਰ ਰਹੇ ਆ ਤੇ ਰਾਗੀ ਸਿੰਘ ਸ਼ਬਦ ਪੜ ਰਹੇ ਆ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ। ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ। ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ। ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ। ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ। ਸੰਸਕਾਰਨ ਕੀ ਬਿਦ ਸਭ ਕੀਨਸ। ਹਜੂਰ ਮਹਾਰਾਜ ਨੇ ਫਿਰ ਸੰਸਕਾਰ ਕਰਾਉਣ ਦੀ ਤਿਆਰੀ ਕਰਾਈ ਜੀ। ਹਾਂਜੀ। ਜਲ ਬਾਪੀ ਤੇ ਤਾਹੇ ਇਸ਼ਨਾਨ। ਤੇ ਪਤਾ ਕੀ ਕੀਤਾ ਜੀ? ਜਲ ਦੀ ਉਹ ਬੌਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਾਇਆ ਬਾਬਾ ਜੀ ਨੂੰ ਜੀ। ਹਾਂਜੀ। ਸੁੰਦਰ ਬਸਤਰ ਸਰਬ ਪਹਿਰਾਏਵ। ਤਨ ਦੇ ਉੱਤੇ ਸੋਹਣੇ ਬਸਤਰ ਪਵਾਏ ਜੀ। ਸਰੀਰ ਤੇ ਛੱਡਤਾ ਪਰ ਚਿਹਰੇ ਤੋਂ ਨਹੀਂ ਪਤਾ ਲੱਗਦਾ ਵੀ ਸਰੀਰ ਛੱਡਿਆ ਹੋਇਆ ਜੀ। ਕਮਾਈ ਦਾ ਅਸਰ ਹੁੰਦਾ ਸੰਗਤ ਜੀ। ਧਿਆਨ ਨਾਲ ਸੁਣਿਓ। ਜਦੋਂ ਅੰਦਰੋਂ ਆਤਮਾ ਨਿਕਲ ਜਾਂਦੀ ਹੈ ਨਾ, ਇਹ ਚਿਹਰਾ ਭੈੜਾ ਹੋ ਜਾਂਦਾ ਜੀ। ਮੂੰਹ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ ਜੀ। ਸਰੀਰ ਆਕੜ ਜਾਂਦਾ ਜੀ। ਪਰ ਤੁਸੀਂ ਵੇਖਿਓ, ਜਿਨ੍ਹਾਂ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਨਾ, ਉਹ ਜਦੋਂ ਸਰੀਰ ਛੱਡਦੇ ਆਤਮਾ ਨਿਕਲ ਜਾਂਦੀ ਹੈ, ਲੱਗਦਾ ਹੀ ਨਹੀਂ ਵੀ ਉਹਨਾਂ ਨੇ ਸਰੀਰ ਛੱਡਿਆ। ਇਉਂ ਲੱਗਦਾ ਜਿਵੇਂ ਸੁੱਤੇ ਹੁੰਦੇ ਨੇ ਜੀ। ਆਮ ਬੰਦੇ ਦਾ ਕੁਝ ਘੰਟਿਆਂ ਬਾਅਦ ਚਿਹਰੇ ਦਾ ਰੰਗ ਹੀ ਹੋਰ ਹੋ ਜਾਂਦਾ ਜੀ। ਪਰ ਬਾਬਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਇਆ, ਬਿਲਕੁਲ ਚਿਹਰਾ ਖਿੜਿਆ ਪਿਆ ਬਾਬਾ ਜੀ ਦਾ ਜੀ। ਹਾਂਜੀ। ਸੁੰਦਰ ਬਸਤਰ ਸਰਬ ਪਹਿਰਾਏਵ, ਬਹੁ ਧਨ ਤੇ ਬਨਵਾਨ ਬਈਬਾਨ। ਸੰਗਤ ਦੀ ਸੋਹਣੇ ਬਸਤਰ ਮਹਾਰਾਜ ਨੇ ਪਵਾਏ ਤੇ ਬੜੀ ਮਾਇਆ ਲਾ ਕੇ ਨਾ ਜੀ ਬਿਬਾਨ ਬਣਵਾਇਆ ਜੀ, ਅੰਤਮ ਯਾਤਰਾ ਵਾਸਤੇ ਜੀ। ਹਾਂਜੀ। ਚਾਹੋਂ ਦਿਸ਼ ਮਹਿ ਸਮਨਸ ਲਰਕਾਇਸ, ਪਾਏ ਦੁਸ਼ਾਲਾ ਮੋਲ ਮਹਾਨ। ਬਿਬਾਨ ਤਿਆਰ ਕੀਤਾ, ਚਾਰੇ ਪਾਸੇ ਫੁੱਲ ਲਟਕਾਏ ਗਏ ਜੀ, ਹਾਰ ਲਟਕਾਏ ਜੀ। ਬਹੁਤ ਕੀਮਤੀ ਦੁਸ਼ਾਲਾ ਗੁਰੂ ਘਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦੇ ਮਿਰਤਕ ਸਰੀਰ ਉੱਤੇ ਪਾਇਆ ਗਿਆ ਜੀ। ਹਾਂਜੀ। ਗਨ ਚੰਦਨ ਅਰ ਸੰਚੈ ਕਾਸ਼ਟ। ਤੇ ਸੰਗਤ ਜੀ ਲੱਕੜਾਂ ਕਿਹੜੀਆਂ ਇਕੱਠੀਆਂ ਕੀਤੀਆਂ ਜੀ? ਚੰਦਨ ਦੀਆਂ ਜੀ। ਹਾਂਜੀ। ਤੀਰ ਬੇਪਾਸਾ ਡਾਰੇ ਆਨ। ਤੇ ਸੰਗਤ ਜੀ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਸੰਸਕਾਰ ਕੀਤਾ ਗਿਆ ਜੀ। ਫਿਰ
ਹਾਂਜੀ। ਸ਼੍ਰੀ ਅਰਜਨ ਅਰ ਸੰਗ ਮੋਹਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੌਣ ਕੌਣ ਨੇ? ਧੰਨ ਗੁਰੂ ਅਰਜਨ ਦੇਵ ਜੀ ਹਨ, ਬਾਬਾ ਮੋਹਰੀ ਜੀ, ਸਤਿਗੁਰੂ ਜੀ ਦੇ ਮਾਮਾ ਜੀ। ਹਾਂਜੀ। ਬ੍ਰਿਧ ਗੁਰਦਾਸ ਆਦ ਸਮੁਦਾਇ। ਬਾਬਾ ਬੁੱਢਾ ਜੀ ਵੀ ਆ ਗਏ ਜੀ ਫਿਰ ਜੀ। ਬਾਬਾ ਬੁੱਢਾ ਜੀ ਵੀ ਹਾਜ਼ਰ ਹੋਏ ਤੇ ਵੇਖੋ ਨਾ ਜੀ, ਬਾਬਾ ਜੀ ਸ਼ੁਰੂ ਤੋਂ ਗੁਰੂ ਘਰ 'ਚ ਸੇਵਾ ਕਰਦੇ। ਬਾਬਾ ਮਹਾਦੇਵ ਜੀ ਛੋਟੀ ਜੀ ਉਮਰ ਦੇ ਸਨ ਜਦੋਂ ਦੇ ਬਾਬਾ ਬੁੱਢਾ ਜੀ ਉਹਨਾਂ ਦੇ ਦਰਸ਼ਨ ਕਰਨ ਦਏ ਜੀ। ਅੱਜ ਬਾਬਾ ਜੀ ਦੇ ਸਾਹਮਣੇ ਹੀ ਉਹਨਾਂ ਸਰੀਰ ਤਿਆਗ ਦਿੱਤਾ ਜੀ। ਭਾਈ ਗੁਰਦਾਸ ਜੀ ਹੋਰ ਸਿੱਖ ਸਾਰੇ ਇਕੱਠੇ ਹੋ ਗਏ ਜੀ। ਹਾਂਜੀ। ਕੰਧ ਉਠਾਏ ਚੱਲੇ ਪੁਰ ਬਾਹਰ। ਤੇ ਕੰਧ ਉਠਾ ਕੇ ਮੋਢੇ ਤੇ ਸਰੀਰ ਚੁੱਕ ਕੇ ਸਾਰਿਆਂ ਨੇ ਮੋਢਾ ਦਿੱਤਾ ਤੇ ਬਾਹਰ ਨੂੰ ਤੁਰ ਪਏ। ਧੁਨ ਸੰਖਨ ਕੀ ਅਧਿਕ ਬਜਾਏ। ਸੰਖ ਵਜਾਏ ਗਏ ਅੱਗੇ ਅੱਗੇ, ਬਹੁਤ ਧੁਨਾਂ ਜਿਹੜੀਆਂ ਸੰਖਾਂ ਦੀਆਂ ਉਹ ਆ ਰਹੀਆਂ ਨੇ ਜੀ। ਹਾਂਜੀ। ਚਮਰ ਟੋਰਾਵਤ ਜਾਤ ਬ੍ਰਿੰਦ ਨਰ। ਤੇ ਸੰਗਤ ਜੀ ਚੌਰ ਸਾਹਿਬ ਵੀ ਹੋ ਰਿਹਾ ਜੀ ਉਹਨਾਂ ਦੇ ਸੀਸ ਉੱਤੇ ਜੀ। ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਨੇ ਜੀ। ਹਾਂਜੀ। ਤੀਰ ਬੇਪਾਸਾ ਸੁੰਦਰ ਥਾਏ। ਤੇ ਕਰਦਿਆਂ ਕਰਦਿਆਂ ਕੀਰਤਨ ਕਰਦਿਆਂ ਕਰਦਿਆਂ ਬਾਬਾ ਜੀ ਦਾ ਸਰੀਰ ਬਿਆਸ ਦਰਿਆ ਦੇ ਕੰਢੇ ਤੇ ਲਿਆਂਦਾ ਗਿਆ। ਚਿਨ ਕਰ ਚਿਤਾ ਸੋ ਚੰਦਨ ਗਨ ਤੇ। ਚਿਨ ਕਰ ਚਿਤਾ ਸੋ ਚੰਦਨ ਗਨ ਤੇ। ਚੰਦਨ ਦੀਆਂ ਲੱਕੜਾਂ ਦੀ ਫਿਰ ਚਿਤਾ ਤਿਆਰ ਕੀਤੀ ਗਈ ਜੀ, ਚਿਖਾ ਤਿਆਰ ਕੀਤੀ ਗਈ ਜੀ। ਉਪਰ ਦੇਹ ਧਰਿਓ ਉਚਵਾਏ। ਮਹਾਰਾਜ ਜੀ ਆਪ ਨਾਲ ਲੱਗੇ, ਬਾਬਾ ਜੀ ਦਾ ਸਰੀਰ ਚੁੱਕ ਕੇ ਲੱਕੜਾਂ ਦੇ ਉੱਤੇ ਰੱਖਿਆ ਗਿਆ ਜੀ। ਹਾਂਜੀ। ਸ੍ਰੀ ਅਰਜਨ ਕਰ ਲੀਨ ਅਗਨ ਤਬ। ਤੇ ਫਿਰ ਸਰੀਰ ਦੇ ਉੱਤੇ ਵੀ ਲੱਕੜਾਂ ਰੱਖੀਆਂ ਗਈਆਂ। ਅਰਦਾਸ ਬੇਨਤੀ ਕੀਤੀ ਗਈ ਕਿਉਂਕਿ ਬਾਬਾ ਜੀ ਨੇ ਵਿਆਹ ਨਹੀਂ ਸੀ ਕਰਾਇਆ ਜੀ। ਤੇ ਰਿਸ਼ਤੇਦਾਰੀ 'ਚ ਸਭ ਤੋਂ ਖਾਸ ਨੇ ਭਰਾ। ਤੇ ਕਿੱਡੇ ਵੱਡੇ ਭਾਗ ਹੋਣਗੇ ਬਾਬਾ ਮਹਾਦੇਵ ਜੀ ਦੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਜੀ ਉਹਨਾਂ ਦਾ ਜੀ। ਆਪ ਅਗਨੀ ਲਾਈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਨਰ ਅਨੁਸਾਰ ਰੁਦਨ ਕੋ ਠਾਨ। ਕੁਝ ਮਨੁੱਖ ਲਾਗੇ ਬੈਰਾਗ ਕਰਦੇ ਆ ਜੀ। ਪਿਆਰ ਹੁੰਦਾ ਜੀ ਹਰ ਇੱਕ ਦਾ। ਹਾਂਜੀ। ਕੀਨ ਲਗਾਵਨ ਉੱਚੇ ਰੁਦਤ। ਜਦੋਂ ਮਹਾਰਾਜ ਨੇ ਅਗਨੀ ਲਾਈ ਕਈਆਂ ਦੀਆਂ ਤੇ ਭੁੱਬਾਂ ਹੀ ਨਿਕਲ ਗਈਆਂ ਜੀ। ਹਾਂਜੀ। ਦੇਖ ਸਭ ਹੀ ਕੇ ਅਸ਼ਰੂ ਚਾਨ। ਭੁੱਬਾਂ ਜਿਨ੍ਹਾਂ ਦੀਆਂ ਨਿਕਲੀਆਂ ਵੇਖ ਕੇ ਸੰਗਤਾਂ ਦੇ ਵੀ ਹੰਝੂ ਡਿੱਗ ਪਏ ਜੀ। ਹਾਂਜੀ। ਬ੍ਰਿਧ ਨੇ ਸਭ ਮੁਰਝਾਏ ਕਹਿ ਕਹਿ। ਤੇ ਫਿਰ ਬ੍ਰਿਧ ਨੇ ਸਭ ਸਮਝਾਏ ਕਹਿ ਕਹਿ। ਬਾਬਾ ਬੁੱਢਾ ਜੀ ਸਾਰਿਆਂ ਨੂੰ ਸਮਝਾਉਂਦੇ ਆ ਜੀ। ਹਾਂਜੀ। ਕਹੋ ਨਾ ਸ਼ੋਕ ਇਹੀ ਮਨ ਜਾਨ। ਕਰੋ ਨਾ ਸ਼ੋਕ ਇਹੀ ਮਨ ਜਾਨ। ਬਾਬਾ ਬੁੱਢਾ ਜੀ ਕਹਿੰਦੇ ਭਾਈ ਰੌਣਾ ਨਹੀਂ ਕਿਸੇ ਨੇ ਕਹਿਣ ਲੱਗੇ। ਆਪਣੇ ਮਨ 'ਚ ਇਹ ਗੱਲ ਜਾਣੋ। ਕਿਹੜੀ ਜੀ? ਹਾਂਜੀ। ਮਿਥਿਆ ਤਨ ਹੈ ਬਿਨਸਨ ਹਾਰੇ। ਅਸੀਂ ਵੀ ਜਾਣਾ ਹੀ ਹੈ ਸਾਰਿਆਂ ਨੇ। ਸਰੀਰ ਤੇ ਨਾਸ ਹੋ ਜਾਣਾ ਹੈ। ਹਾਂਜੀ। ਮੇਲ ਬਨਿਓ ਜਲ ਨਾਉ ਸਮਾਨ। ਇਹ ਤੇ ਇਸੇ ਤਰ੍ਹਾਂ ਹੀ ਹੈ ਪਾਣੀ ਦਾ ਤੇ ਬੇੜੀ ਦਾ ਮੇਲ ਜੀ। ਜਿੱਥੋਂ ਬੇੜੀ ਲੰਘ ਗਈ ਮੁੜ ਥੋੜੀ ਉਹ ਪਾਣੀ ਤੇ ਆਉਂਦੀ ਹੈ ਜੀ। ਹਾਂਜੀ। ਜਥਾ ਪ੍ਰਵਾਹ ਨਦੀ ਕੋ ਚੱਲ ਹੈ। ਜਿਵੇਂ ਨਦੀ ਦਾ ਪ੍ਰਵਾਹ ਚੱਲਦਾ ਚੱਲੀ ਜਾਂਦਾ ਗਾਂ ਦੀ ਗਾਂ ਜਾਈ ਜਾਂਦਾ। ਤ੍ਰਿਣ ਮਿਲ ਜਾਹੇ ਬਿਸ਼ੁਰਤੇ ਫੇਰ। ਗੱਜ ਕੇ ਆਖੋ। ਉਸ ਵਿੱਚ ਕੱਖ ਕਾਨਾ ਕਿੰਨੇ ਮਿਲਦੇ ਆ ਕਿੰਨੇ ਵਿਛੜਦੇ ਨਦੀ ਦੇ ਪ੍ਰਵਾਹ 'ਚ। ਕੋਈ ਹੈ ਥੋੜੀ ਹਿਸਾਬ ਕਿਤਾਬ। ਹਾਂਜੀ। ਤਥਾ ਸੰਬੰਧ ਸ਼ਰੀਕਨ ਸਭ ਕੋ। ਇਸੇ ਤਰ੍ਹਾਂ ਹੀ ਸਰੀਰਾਂ ਦਾ ਸੰਬੰਧ ਹੈਗਾ। ਕਹਿਣ ਲੱਗੇ ਕਿੰਨੇ ਮਿਲਦੇ ਆ ਸਮੇਂ ਨਾਲ ਵਿਛੜ ਜਾਂਦੇ ਆ ਜੀ। ਹਾਂਜੀ। ਗਿਆਨੀ ਜਾਣੈ ਹੈ ਜਗ ਇਮ ਹੇਰ। ਤੇ ਗਿਆਨੀ ਨਹੀਂ ਰੋਂਦਾ ਹਾਏ ਵਿਛੜ ਗਏ ਹਾਏ ਵਿਛੜ ਗਏ। ਉਹ ਕਹਿੰਦਾ ਵਿਛੜ ਗਏ ਤੇ ਵਿਛੜ ਗਏ। ਸੰਸਾਰ ਦਾ ਤੇ ਸੁਭਾਅ ਹੀ ਆ ਇਸ ਤਰ੍ਹਾਂ ਦਾ। ਹਾਂਜੀ। ਕਹਾਂ ਸ਼ੋਕ ਇਸ ਤਨ ਕੋ ਕਰਬੋ। ਇਸ ਕਰਕੇ ਬਾਬਾ ਬੁੱਢਾ ਜੀ ਕਹਿ ਰਹੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਸੰਗਤ ਨੂੰ ਕਹਿੰਦੇ ਸ਼ੋਕ ਨਹੀਂ ਕਰਨਾ, ਰੋਣਾ ਨਹੀਂ ਕਿਸੇ ਨੇ। ਹਾਂਜੀ। ਨਿਤ ਪ੍ਰਣਾਮੀ ਨਸ ਹੈ ਅਧੇਰ। ਨਿਤ ਪ੍ਰਣਾਮੀ ਨਸ ਹੈ ਅਧੇਰ। ਇਹ ਸਰੀਰ ਨਿਤਾ ਪ੍ਰਤੀ ਘਟ ਰਿਹਾ ਤੇ ਇੱਕ ਦਿਨ ਖਤਮ ਹੋ ਜਾਣਾ।
ਹਾਂਜੀ। ਏਕ ਆਤਮਾ ਸੋ ਸਤ ਸਮਝੋ, ਆਏ ਨਾ ਜਾਏ ਆਨੰਦ ਬਡੇਰ। ਤੇ ਜੇ ਸਮਝਣਾ ਕਿਸੇ ਨੂੰ ਸੱਚ ਤੇ ਆਤਮਾ ਨੂੰ ਸਮਝੋ ਜਿਹੜੀ ਮਰਦੀ ਨਹੀਂ ਹੈ। ਇਹ ਉਪਦੇਸ਼ ਬਾਬਾ ਜੀ ਨੇ ਸਾਧ ਸੰਗਤ ਜੀ ਦਿੱਤਾ। ਬ੍ਰਿੰਦ ਨਰਨ ਕੀ ਭੀਰ ਪਈ ਤਹੈ। ਉੱਥੇ ਫਿਰ ਲਾਗੇ ਦੀਵਾਨ ਸੱਜਿਆ, ਕੀਰਤਨ ਹੋਇਆ, ਬਹੁਤ ਸੰਗਤਾਂ ਆਈਆਂ ਜੀ, ਇਕੱਠੀਆਂ ਹੋਈਆਂ ਜੀ। ਸ਼ਬਦ ਰਬਾਬੀ ਸੁੰਦਰ ਗਾਏ। ਤੇ ਗੁਰੂ ਕੇ ਰਬਾਬੀ ਸਿੱਖਾਂ ਨੇ ਸ਼ਬਦ ਪੜ੍ਹੇ ਜੀ। ਫਿਰ ਜੀ ਢੁਕਵੇਂ ਸ਼ਬਦ ਪੜ੍ਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਸ਼ਬਦ ਪੜ੍ਹਨੇ ਚਾਹੀਦੇ ਆ ਉਹ ਢੁਕਵੇਂ ਸ਼ਬਦ ਪੜ੍ਹੇ ਜੀ। ਹਾਂਜੀ। ਕਿਤਕ ਕਾਲ ਥਿਤ ਹੋਇ ਨਰ ਗਮਨੇ, ਹਾਂਜੀ। ਗੁਰੂ ਪ੍ਰਸੰਦਤ ਸਦਨ ਸਿਧਾਏ। ਤੇ ਗੁਰੂ ਸਾਹਿਬ ਕੁਝ ਸਮਾਂ ਫਿਰ ਉੱਥੇ ਰਹੇ ਆ। ਕੁਝ ਸਮੇਂ ਬਾਅਦ ਮਹਾਰਾਜ ਆਪਣੇ ਅਸਥਾਨ ਤੇ ਚਲੇ ਗਏ ਜੀ, ਸੰਸਕਾਰ ਤੋਂ ਬਾਅਦ ਜੀ। ਤੇ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ, ਭਾਈ ਸੰਸਾਰ ਚਾਹਿਓ ਲਾਭ ਖੱਟ ਕੇ ਚੱਲੋ, ਖਾਟ ਚਲੋ ਹਰ ਲਾਹਾ, ਇਹਾਂ ਖਾਟ ਚਲੋ ਹਰ ਲਾਹਾ। ਖਾਟ ਚਲੋ ਹਰ ਲਾਹਾ, ਇਹਾਂ ਖਾਟ ਚਲੋ ਹਰ ਲਾਹਾ। ਖਾਟ ਚਲੋ ਹਰ ਲਾਹਾ, ਇਹਾਂ ਖਾਟ ਚਲੋ ਹਰ ਲਾਹਾ। ਖਾਟ ਚਲੋ ਹਰ ਲਾਹਾ, ਇਹਾਂ ਖਾਟ ਚਲੋ ਹਰ ਲਾਹਾ। ਆਗੇ ਬਸਨ ਸੁਹੇਲਾ, ਆਗੇ ਬਸਨ ਸੁਹੇਲਾ। 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 ਖਾਟ ਚਲੋ ਹਰ ਲਾਹਾ, ਇਹਾਂ ਖਾਟ ਚਲੋ ਹਰ ਲਾਹਾ। ਖਾਟ ਚਲੋ ਹਰ ਲਾਹਾ, ਇਹਾਂ ਖਾਟ ਚਲੋ ਹਰ ਲਾਹਾ। ਇੱਥੇ ਲਾਭ ਖੱਟ ਕੇ ਚੱਲੋ, ਅੱਗੇ ਵਸਣਾ ਸੌਖਾ ਹੋਏਗਾ ਜੀ। ਸਤਿਗੁਰੂ ਜੀ ਬਾਣੀ ਚ ਕਹਿੰਦੇ ਆ। ਹਾਂਜੀ। ਸੁਨ ਸੁਨ ਗ੍ਰਾਮਨ ਕੇ ਸਿੱਖ ਪਹੁੰਚੇ, ਸ਼੍ਰੀ ਅਰਜਨ ਸਤ ਗੁਰ ਢਿਗ ਆਏ। ਸੋ ਸੁਣ ਸੁਣ ਕੇ ਪਿੰਡਾਂ ਤੋਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਆਈਆਂ। ਜਿਵੇਂ ਆਮ ਤੌਰ ਤੇ ਕਵਾਉਣ ਕਵਾਈਦਾ, ਹਿਰਖ ਕਰੀਦਾ, ਸੰਗਤਾਂ ਮਹਾਰਾਜ ਦੇ ਚਰਨਾਂ ਚ ਪਹੁੰਚੀਆਂ ਜੀ। ਹਾਂਜੀ। ਮਿਲ ਮਿਲ ਗਮਨੈ ਗੁਣ ਗਨ ਬਰਨਹਿ। ਤੇ ਸੰਗਤਾਂ ਮਿਲ ਕੇ ਕਹਿੰਦੀਆਂ ਵੀ ਬਾਬਾ ਮਹਾਦੇਵ ਜੀ ਵਿੱਚ ਬੜੇ ਹੀ ਗੁਣ ਸਨ, ਕਦੀ ਲੜਾਈ ਝਗੜੇ ਚ ਨਹੀਂ ਬਾਬਾ ਜੀ ਆਏ। ਕਿਉਂ? ਬਾਬਾ ਪ੍ਰਿਥੀਆ ਜੀ ਲੜਾਈ ਝਗੜਾ ਕਰਦੇ ਰਹਿੰਦੇ ਸੀ ਨਾ ਜੀ। ਬਾਬਾ ਮਹਾਦੇਵ ਜੀ ਨੇ ਨਾਮ ਹੀ ਜਪਿਆ, ਗੁਰੂ ਅਰਜਨ ਦੇਵ ਜੀ ਨਾਲ ਬਣਾ ਕੇ ਰੱਖੀ, ਸਾਰੇ ਗੁਣ ਗਾਉਂਦੇ ਬਾਬਾ ਜੀ ਦਾ ਜੀ। ਮਹਾਦੇਵ ਅਬ ਗਏ ਸਮਾਏ। ਤੇ ਹੁਣ ਬਾਬਾ ਮਹਾਦੇਵ ਜੀ ਸਤਿਗੁਰੂ ਜੀ ਦੇ ਵਿੱਚ ਹੀ ਸਮਾ ਗਏ ਨੇ। ਹਾਂਜੀ। ਦਿਵਸ ਤੀਸਰੇ ਪੁਸ਼ਪ ਭਸਮ ਸਭ। ਤੀਸਰੇ ਦਿਨ ਫਿਰ ਅੰਗੀਠਾ ਸੰਕੋਚਿਆ ਗਿਆ ਬਾਬਾ ਜੀ ਦਾ ਜੀ। ਹਾਂਜੀ। ਬੀਚ ਬੇਪਾਸਾ ਕੇ ਤਹਿ ਡਾਰ। ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਬਾਬਾ ਜੀ ਦੇ ਸਰੀਰ ਦੀ ਰਾਖ ਜਿਹੜੀ ਸੀ ਬਿਆਸ ਦਰਿਆ ਚ ਪਾ ਦਿੱਤੀ ਜੀ। ਹਾਂਜੀ। ਦਿਨ ਦੋ ਇੱਕ ਸ਼੍ਰੀ ਅਰਜਨ ਤੇ ਠਾਂ। ਦੋ ਕੁ ਦਿਨ ਸੱਚੇ ਪਾਤਸ਼ਾਹ ਫਿਰ ਗੋਇੰਦਵਾਲ ਸਾਹਿਬ ਚ ਰਹੇ ਜੀ। ਬਸੇ ਕਿਰਿਆ ਕਰ ਜਿਤਕ ਸੰਸਾਰ। ਸੰਸਾਰ ਦੀ ਕਿਰਿਆ ਕੀਤੀ, ਜੋ ਸਰੀਰ ਤਿਆਗਣ ਤੋਂ ਬਾਅਦ ਕਰਦੇ ਆ, ਉਹ ਸਾਰਾ ਕੁਝ ਮਹਾਰਾਜ ਨੇ ਕਰਵਾਇਆ ਜੀ। ਕਰੀ ਜਤੁਥ ਚਿਤ ਸਕਲ ਭਾਰਤਾ, ਜਥਾ ਮੋਹਰੀ ਬਚਨ ਉਚਾਰ। ਜਿਵੇਂ ਬਾਬਾ ਮੋਹਰੀ ਜੀ ਕਹਿੰਦੇ ਨੇ, ਕਿਉਂ ਵੱਡੇ ਨੇ ਮਾਮਾ ਜੀ ਨੇ, ਉਵੇਂ ਹੀ ਮਹਾਰਾਜ ਨੇ ਸਾਰੀ ਮਰਿਆਦਾ ਕੀਤੀ ਜੀ। ਹਾਂਜੀ। ਮਿਲ ਮਿਲ ਕਰੈ ਵਿਰਾਗ ਅਨਿਕ ਵਿਧ। ਸਾਰੇ ਬਾਬਾ ਮਹਾਦੇਵ ਜੀ ਨੂੰ ਮਿਲ ਮਿਲ ਕੇ ਨਾ ਵਿਰਾਗ ਕਰਦੇ। ਕਿਉਂ? ਬਾਬਾ ਮਹਾਦੇਵ ਜੀ ਨੇ ਕਦੀ ਕਿਸੇ ਦਾ ਮਨ ਨਹੀਂ ਦੁਖਾਇਆ ਜੀ। ਉਹਨਾਂ ਦਾ ਵੱਡਾ ਗੁਣ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਮਹਾਦੇਵ ਜੀ ਨੇ ਕਦੀ ਕਿਸੇ ਦਾ ਮਨ ਨਹੀਂ ਸੀ ਦੁਖਾਇਆ ਜੀ।
ਹਾਂਜੀ। ਸ੍ਰੀ ਗੁਰ ਅਮਰ ਘੇਰ ਪਰਵਾਰ, ਤੇ ਗੁਰੂ ਅਮਰਦਾਸ ਜੀ ਦੇ ਪਰਿਵਾਰ ਨਾਲ ਲੋਕ ਆ ਕੇ ਹਿਰਖ ਕਰਦੇ ਆ। ਹਾਂਜੀ। ਦੋਹਰਾ 16 ਸਤ ਉਪਰ ਸਪਤ ਮਹਾਦੇਵ ਜਨਮ ਆਸ। 1607 ਸੰਮਤ ਵਿੱਚ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਜੀ। 1607 ਸੰਮਤ ਵਿੱਚ ਜੀ। ਹਾਂਜੀ। ਉਪਰ 550 ਕੇ ਬਰਸ ਬੈਸ ਦਵੈ ਮਾਸ, ਤੇ 55 ਸਾਲ ਦੇ ਹੋ ਕੇ 55 ਸਾਲ 2 ਮਹੀਨੇ ਦੇ ਹੋ ਕੇ ਬਾਬਾ ਜੀ ਨੇ ਸਰੀਰ ਤਿਆਗਿਆ ਜੀ। ਕੋਈ ਬਹੁਤੀ ਉਮਰ ਨਹੀਂ 55 ਸਾਲ। ਸੰਗਤ ਜੀ ਥੋੜੀ ਉਮਰ ਹੈਗੀ ਹੈ ਜੀ। 55 ਸਾਲ ਕਿਹੜੀ ਜ਼ਿਆਦੀ ਉਮਰ ਹੁੰਦੀ ਹੈ, ਪਰ ਉਹਨਾਂ ਦੀ ਗੱਲ ਬਣ ਗਈ, ਰੱਬ ਨਾਲ ਮਿਲਾਪ ਹੋ ਗਿਆ ਜੀ। 55 ਸਾਲ ਤੇ 2 ਮਹੀਨੇ ਬਾਬਾ ਜੀ ਦੀ ਉਮਰ ਸੀਗੀ ਜੀ। ਹਾਂਜੀ। 16 7 62 ਅਧਿਕ ਭਾਦਰੋਂ ਚੌਥ ਵਿਚਾਰ। 1662 ਸੰਮਤ ਵਿੱਚ ਉਹਨਾਂ ਸਰੀਰ ਤਿਆਗਿਆ। ਭਾਦਰੋਂ ਦਾ ਮਹੀਨਾ ਸੀਗਾ ਤੇ ਚੌਥ ਸੁਧੀ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂ, ਚੌਥ ਵਾਲਾ ਦਿਨ ਸੀਗਾ, ਭਾਦਰੋਂ ਮਹੀਨੇ ਦੀ ਚੌਥ ਜੀ। ਆ ਦੇਸੀ ਮਹੀਨਾ ਕਿਹੜਾ ਚੱਲ ਰਿਹਾ ਜੀ? ਹਾੜ ਚੱਲ ਰਿਹਾ, ਤੇ ਭਾਦਰੋਂ ਦਾ ਮਹੀਨਾ ਸੀਗਾ ਜੀ। ਹਾਂਜੀ। ਮਹਾਦੇਵ ਪਰਲੋਕ ਭਾ ਗੁਰ ਕੋ ਪੁੱਤਰ ਉਦਾਰ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪੁੱਤਰ ਬਾਬਾ ਮਹਾਦੇਵ ਜੀ ਬੜੇ ਉੱਤਮ ਪੁੱਤਰ ਸਨ। ਸੱਚਖੰਡ ਵਿੱਚ ਚਲੇ ਗਏ ਜੀ। ਹਾਂਜੀ। ਸ਼੍ਰੀ ਅਰਜਨ ਗਮਨੇ ਤਬ ਹੈ ਸਤ ਸੰਗਤ ਲੈ ਸੰਗ। ਬਾਬਾ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਕੋ ਗਏ ਦੇਤ ਭਗਤ ਕੋ ਰੰਗ। ਤੇ ਮਹਾਰਾਜ ਅੰਮ੍ਰਿਤਸਰ ਵਿੱਚ ਵਾਪਸ ਆ ਗਏ, ਭਗਤੀ ਦਾ ਰੰਗ ਬਖਸ਼ਿਸ਼ ਕਰਦੇ ਹੋਏ। ਮਹਾਰਾਜ ਨੇ ਕੋਈ ਬੈਰਾਗ ਨਹੀਂ ਕੀਤਾ। ਸਾਧ ਸੰਗਤ ਜੀ, ਆਮ ਸੰਸਾਰੀ ਬੰਦੇ ਭਰਾ ਤੇ ਭਰਾ ਹੀ ਹੁੰਦੇ ਆ ਜੀ। ਹਾਂਜੀ। ਪਰ ਮਹਾਰਾਜ ਨੂੰ ਸਾਰੀ ਖੇਡ ਦਾ ਪਤਾ ਸੀ। ਗੋਇੰਦਵਾਲ ਸਾਹਿਬ ਲੈ ਕੇ ਹੀ ਬਾਬਾ ਮਹਾਦੇਵ ਜੀ ਮਹਾਰਾਜ ਨੂੰ ਆਏ ਜੀ, ਪਰ ਆਪ ਉੱਥੇ ਹੀ ਰਹਿ ਪਏ ਤੇ ਮਹਾਰਾਜ ਆਪ ਵਾਪਸ ਆਏ ਜੀ ਇਕੱਲੇ ਜੀ। ਤੇ ਭਰਾ ਤੇ ਫਿਰ ਭਰਾ ਹੀ ਹੁੰਦੇ ਆ ਜੀ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ। ਇਹ ਕੋਈ ਛੋਟੀ ਹਸਤੀ ਨਹੀਂ ਸੀਗੀ। ਮਾਤਾ ਦਾ ਕੀ ਨਾਮ ਬਾਬਾ ਮਹਾਦੇਵ ਜੀ ਦੀ? ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਦੇ ਪੁੱਤਰ, ਗੁਰੂ ਰਾਮਦਾਸ ਜੀ ਦੇ ਪੁੱਤਰ, ਗੁਰੂ ਅਰਜਨ ਸਾਹਿਬ ਜੀ ਦੇ ਸਕੇ ਭਰਾ, ਗੁਰੂ ਅਮਰਦਾਸ ਜੀ ਦੇ ਪੋਤਰੇ, ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਇਆ ਜੀ ਹਨ ਜੀ। ਗਏ ਜੀ। ਕਿੰਨਾ ਗੁਰੂ ਘਰ ਨਾਲ ਨੇੜਲਾ ਸੰਬੰਧ, ਖਾਸ ਰਿਸ਼ਤੇਦਾਰੀ ਜੀ, ਸਕਿਆਂ ਵਾਲੀ ਰਿਸ਼ਤੇਦਾਰੀ ਜੀ। ਤੇ ਉਹ ਬਾਬਾ ਮਹਾਦੇਵ ਜੀ ਸਰੀਰ ਤਿਆਗ ਗਏ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ। ਉਹਨਾਂ ਦੀ ਜੋਤ ਵਿੱਚ ਜੋਤ ਰਲ ਗਈ। ਸਤਿਗੁਰੂ ਜੀ ਸਾਡੇ ਤੇ ਮਿਹਰਾਂ ਕਰਨ। ਅਸੀਂ ਵੀ ਨਾਮ ਜਪੀਏ, ਸਾਡੀਆਂ ਜੋਤਾਂ ਵੀ ਵਾਹਿਗੁਰੂ ਦੇ ਵਿੱਚ ਰਲ ਜਾਣ। ਆਓ ਹੁਣ 2 ਮਿੰਟ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਸਾਵਧਾਨ ਹੋ ਕੇ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰਾਂ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਦੇ ਨਾਮ ਜਪਣ ਦੇ ਬਲ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।